श्री गुरु गावो गुरु अर्जन बिघ नानके नाशक बिघ नानके हर गोबिंद शुभ सुमत प्रकाशक श्री हर राय नमो कर नमो कर श्री हर कृष्ण महनाओ बहोरी तीग बहादुर परम किर जी परम किर श्री गुरु गोबिंद सिंह बेसा तरों तरा पर पुन पुन सीसा जी पुन पुन सीसा बंदा बारंबार जगदीसा जिसमें अमृत ज्ञान है माणक भगत वैराग श्री गुरु ग्रंथ साहिब युद्ध बंदों करे अनुराग एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। नसीहत नामा जिसका तू बंदा तेसी का सवारिया दुनिया के लालच तैं साहिब विसारिया ना कीती इबादत ना राख्यो ईमान ना कीती हुकूमत पुकारे जहां। वाहिगुरु जी का खालसा वाहिगुरु जी की फतेह। परम सन्मान योग चवर छतर तख्त दे मालक वालिए कुल आलम राजान राज पानान पान देवान देव उपमा महान सतगुरु धन धन सतगुरु श्री गुरु तेग बहादुर जी महाराज धन धन सतगुरु श्री गुरु ग्रंथ साहिब सच्चे पातशाह जी महाराजियों की पावन पवित्र मुबारक हजूरी अंदर रोजाना की तरह नेम सहित प्रेम सहित महाराजियों के पावन मुबारक स्थानां ते जुड़ करके बाबाणियां कहानियां पुत सपुत करेण महावाक अनुसार सतगुरु महाराज सच्चे पातशाह जियों की पावन पवित्र हरजस कथा विचारा संग जुड़ने हा। भावां के ये कथा विचार लगभग 550-600 साल पहला वापरियां हुई घटनावां हन, पर सुरत करके सिख धन गुरु नानक देव महाराज जियां दे मुबारक चरनां नूं स्पर्श करदा है। सतगुरु महाराज सच्चे पातशाह जियों के पावन पवित्र इतिहास नूं सरवण करके
ਸੁਰਤ ਕਰਕੇ ਉਸ ਮੰਡਲ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਇਹ ਸਾਰੀਆਂ ਘਟਨਾਵਾਂ ਜਦੋਂ ਵਾਪਰ ਰਹੀਆਂ ਹੋਣ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੀ ਕਥਾ ਵਾਰਤਾ ਦੇ ਪ੍ਰਸੰਗ ਚੱਲ ਰਹੇ ਹਨ। ਨਾਨਾ ਪ੍ਰਕਾਰ ਦੀ ਦੁਨੀਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਮੇਲ ਹੋਏ। ਬਾਦਸ਼ਾਹ ਕਾਰੂ ਦਾ ਆਪਾਂ ਉਸ ਵਕਤ ਅਧਿਆਇ ਪ੍ਰਾਰੰਭ ਕੀਤਾ, ਸਰਵਣ ਕੀਤਾ, ਜਿਸ ਵਕਤ ਆਪਣੇ ਪਾਪਾਂ ਦਾ ਪਤਾ ਲੱਗਾ ਕਿ ਮੈਂ ਕਿੱਡੇ ਕੁ ਵੱਡੇ ਪਾਪ ਕਮਾ ਦਿੱਤੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਮੇਲ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜੀ ਅੱਖਾਂ ਦੇ ਉੱਪਰ ਭਰਮ ਦਾ ਪਰਦਾ ਸੀ ਬਾਦਸ਼ਾਹ ਦੇ ਅੱਖਾਂ ਤੋਂ ਦੂਰ ਕੀਤਾ। ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਉਪਦੇਸ਼ ਮੰਗਿਆ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜੇ ਬਚਨ ਕਹੇ ਨਸੀਹਤਨਾਮਾ ਦੇ ਸਿਰਲੇਖ ਹੇਠ ਭਾਈ ਸਾਹਿਬ ਜੀਆਂ ਨੇ ਦਰਜ ਕੀਤੇ ਹਨ। ਭਾਵਾਂ ਕਿ ਜਿਹੜੇ ਇਹ ਉਪਦੇਸ਼ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਨਹੀਂ ਹਨ, ਪਰ ਜੋ ਉਹਦੇ ਵਿੱਚੋਂ ਤਤਸਾਰ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਦਸ਼ਾਹ ਨੂੰ ਤੇ ਅੱਜ ਸਾਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਮੁਬਾਰਕ ਉਪਦੇਸ਼ ਦੇ ਰਹੇ ਹਨ। ਮਹਾਂਪੁਰਖ ਦੱਸਦੇ ਹਨ ਸਾਧ ਸੰਗਤ ਜੀ ਕਿ ਜਿਸ ਵਕਤ ਹਿਰਦੇ ਦੇ ਅੰਦਰ ਆਪਣੇ ਪੈਸੇ ਟਕੇ ਦਾ ਗੁਮਾਨ ਆਉਣਾ ਸ਼ੁਰੂ ਹੋ ਜਾਏ, ਸਤਿਗੁਰੂ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਸ਼੍ਰੀ ਸੁਖਮਨੀ ਸਾਹਿਬ ਜੀਆਂ ਦੇ ਮੁਬਾਰਕ ਬਚਨ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ, ਮਹਾਰਾਜ ਜੀਆਂ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦਾ ਪਾਠ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਵਕਤ ਬਾਦਸ਼ਾਹ ਦੀਆਂ ਅੱਖਾਂ ਤੋਂ ਜਿਤਨੇ ਇਹ ਪਰਦੇ ਸਨ ਮਹਾਰਾਜ ਜੀਆਂ ਨੇ ਦੂਰ ਕੀਤੇ। ਇਤਿਹਾਸ ਦੇ ਵਿੱਚੋਂ ਪੜ੍ਹਨੇ ਸਰਵਣ ਕਰਨੇ ਹਾਂ ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸ਼ਲੋਕ। ਬਾਬਾ ਫਰੀਦ ਸਾਹਿਬ ਜੀਆਂ ਦੇ ਵੇਲੇ ਕੋਈ ਬਾਦਸ਼ਾਹ ਚੜ੍ਹਾਈ ਕਰ ਗਿਆ, ਬਾਦਸ਼ਾਹ ਨੂੰ ਚੁੱਕ ਕਰਕੇ ਸ਼ਮਸ਼ਾਨ ਭੂਮੀ ਦੇ ਅੰਦਰ ਜਾ ਕੇ ਦਫਨ ਕਰਕੇ ਆਏ। ਜਿੱਥੇ ਵੀ ਕਬਰਸਤਾਨ ਦੇ ਅੰਦਰ ਜਾ ਕੇ ਕਬਰ ਖੋਦ ਕੇ ਗੱਡ ਆਏ, ਦਫਨ ਕਰਕੇ ਆਏ, ਸਾਰੇ ਲੋਕ ਵਾਪਸ ਆ ਗਏ। ਬਾਬਾ ਫਰੀਦ ਸਾਹਿਬ ਉੱਥੇ ਬੈਠ ਗਏ। ਜਦੋਂ ਸਾਰੇ ਵਾਪਸ ਆਏ ਬਾਬਾ ਫਰੀਦ ਸਾਹਿਬ ਇਕੱਲੇ ਉੱਥੇ ਬੈਠੇ ਹਨ। ਬਾਬਾ ਫਰੀਦ ਸਾਹਿਬ ਬਾਦਸ਼ਾਹ ਦੀ ਕਬਰ ਦੇ ਕੋਲ ਬੈਠ ਕੇ ਜਿਹੜਾ ਫਿਰ ਉਹਨਾਂ ਸ਼ਲੋਕ ਉਚਾਰਨ ਕੀਤਾ ਬਾਬਾ ਫਰੀਦ ਸਾਹਿਬ ਜੀਆਂ ਨੇ, ਕਹਿਣ ਲੱਗੇ ਕਿ ਤੂੰ ਉਹ ਬਾਦਸ਼ਾਹ ਸੈਂ ਕਿ ਜਦੋਂ ਤੂੰ ਤੁਰਦਾ ਸੈਂ ਤੇਰੇ ਤੁਰਨ ਤੋਂ ਪਹਿਲਾਂ ਸੰਖੀਆਂ ਵਾਲੇ ਨਗਾਰਿਆਂ ਵਾਲੇ ਤੇਰੇ ਤੁਰਨ ਤੋਂ ਪਹਿਲਾਂ ਕਹਿੰਦੇ ਸਨ ਹੁਸ਼ਿਆਰ ਖਬਰਦਾਰ ਕਿ ਫਲਾਣਾ ਫਲਾਣਾ ਬਾਦਸ਼ਾਹ ਲੰਘ ਰਿਹਾ ਹੈ, ਇਹਦੇ ਤੁਸੀਂ ਸਤਕਾਰ ਦੇ ਵਿੱਚ ਉੱਠ ਖਲੋਵੋ। ਤੇਰੇ ਤੁਰਨ ਤੋਂ ਪਹਿਲਾਂ ਨਾਲ ਤੇਰੇ ਅਹਿਲਕਾਰ ਵਜ਼ੀਰ ਤੁਰਦੇ ਸਨ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ। ਤੇ ਬਾਬਾ ਫਰੀਦ ਸਾਹਿਬ ਫਿਰ ਅਗਲੇ ਬਚਨ ਕਹਿੰਦੇ ਨੇ ਅੱਜ ਤੇਰੇ ਨਾਲ ਦੇ ਕਿੱਥੇ ਗਏ, ਜਾਏ ਸੁੱਤੇ ਜੀਰਾਨ ਮੈਂ ਥੀਏ ਅਤੀਮਾ ਗੱਡ। ਕਹਿੰਦੇ ਅੱਜ ਤੇਰੇ ਨਾਲ ਦੇ ਕਿੱਥੇ ਗਏ, ਤੇਰੇ ਵਜ਼ੀਰ ਸਨ, ਤੇਰੇ ਸੱਜੇ ਖੱਬੇ ਸਨ, ਤੇਰੇ ਅਹਿਲਕਾਰ ਸਨ, ਜਿਹੜੇ ਤੇਰੇ ਨਾਲ ਹਰ ਵਕਤ ਸਨ, ਅੱਜ ਉਹ ਤੇਰੇ ਨਾਲ ਦੇ ਕਿੱਥੇ ਹਨ। ਬਾਬਾ ਫਰੀਦ ਸਾਹਿਬ ਪਾਵਨ ਪਵਿੱਤਰ ਸ਼ਲੋਕਾਂ ਵਿੱਚ ਇਹ ਬਚਨ ਕਰ ਰਹੇ ਹਨ। ਪਾਸ ਦਮਾਮੇ, ਦਮਾਮੇ ਵੱਜਦੇ ਸਨ ਤੁਰਨ ਤੋਂ ਪਹਿਲਾਂ। ਛੱਤ ਸਿਰ ਤੁਰਦਾ ਸੈਂ ਕਿਤੇ ਧੁੱਪ ਨਾ ਲੱਗੇ, ਵੱਡੇ ਵੱਡੇ ਨਾਲ ਤੇਰੇ ਹੋਰ ਉਸ ਵਕਤ ਛਤਰ ਤੇਰੇ ਸਿਰ ਦੇ ਉੱਪਰ ਝੂਲਦੇ ਸਨ, ਅੱਜ ਉਹ ਤੇਰੇ ਨਾਲ ਦੇ ਕਿੱਥੇ ਗਏ। ਤੈਨੂੰ ਲਿਆ ਕੇ ਸ਼ਮਸ਼ਾਨ ਭੂਮੀ ਵਿੱਚ ਕਬਰਸਤਾਨ ਵਿੱਚ ਗੱਡ ਕੇ ਤੈਨੂੰ ਚਲੇ ਗਏ, ਤੈਨੂੰ ਦਫਨਾ ਕੇ ਚਲੇ ਗਏ, ਅੱਜ ਤੇਰੇ ਨਾਲ ਕੌਣ ਖਲੋਤਾ ਹੈ। ਤੇ ਵਾਪਰਦਾ ਵੀ ਏਦਾਂ ਹੈ, ਕੋਈ ਸੱਜਣ ਚੜ੍ਹਾਈ ਕਰ ਜਾਏ ਸ਼ਮਸ਼ਾਨ ਭੂਮੀ ਅੰਦਰ, ਕਿੰਨਾ ਕੁ ਚਿਰ ਉਸ ਥਾਂ ਤੇ ਉੱਥੋਂ ਫਿਰ ਸਾਰੇ ਆਪੋ ਆਪਣੇ ਘਰਾਂ ਨੂੰ ਆ ਗਏ। ਬਾਬਾ ਫਰੀਦ ਸਾਹਿਬ ਜੀਆਂ ਨੇ ਉਹ ਵਾਲੀ ਸਚਾਈ, ਭਾਵੇਂ ਕਿ ਬਾਬਾ ਫਰੀਦ ਸਾਹਿਬ ਜੀ ਇੱਕ ਰਾਜੇ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਇਹ ਸ਼ਲੋਕ ਉਚਾਰ ਰਹੇ ਹਨ ਕਿ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ।
ਜਾਏ ਸੁੱਤੇ ਯਾਨ ਮੈਂ ਥੀਏ ਅਤੀਮਾ ਗੜ, ਤੈਨੂੰ ਯਤੀਮਾਂ ਵਾਂਗੂ ਗੱਡ ਕਰਕੇ, ਤੈਨੂੰ ਯਤੀਮਾਂ ਵਾਂਗੂ ਦਫਨ ਕਰਕੇ ਇਸ ਥਾਂ ਤੋਂ ਚਲੇ ਗਏ ਹਨ। ਮੇਰੇ ਸਤਿਗੁਰੂ ਮਹਾਰਾਜ ਜੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਪੰਜਵੇਂ ਪਾਤਸ਼ਾਹ ਦੇ ਸ਼ਬਦ ਪੜ੍ਹ ਲਈਏ। ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਾਹੀ ਰਾਮ। ਹੇ ਰਾਜਨ ਕਿਉਂ ਨਹੀਂ ਤੂੰ ਉੱਠਦਾ, ਕਿਉਂ ਨਹੀਂ ਤੂੰ ਆਪਣੇ ਅੰਦਰ ਦੇ ਚਕਸ਼ੂ ਨੇਤਰ ਖੋਲ ਕੇ, ਕਿਉਂ ਨਹੀਂ ਤੂੰ ਗਿਆਨ ਦੇ ਚਕਸ਼ੂਆਂ ਨਾਲ ਵੇਖਦਾ, ਕਿਉਂ ਨਹੀਂ ਤੂੰ ਨਿਆਂ ਕਰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਹਿਲਾ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ, ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ। ਤੇ ਮਹਾਰਾਜ ਫਿਰ ਬੇਨਤੀ ਕਰਦੇ ਹਨ, ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ ਨਾਉ। ਹੇ ਮੇਰੇ ਮਾਲਕਾ, ਜੇ ਤੇਰੀ ਨਜ਼ਰੇ ਅਨਾਇਤ ਹੋ ਜਾਏ ਮੈਂ ਸੁਲਤਾਨ ਬਾਦਸ਼ਾਹ ਬਣ ਵੀ ਜਾਵਾਂ। ਮਹਾਰਾਜ ਜੀਆਂ ਨੇ ਉੱਪਰ ਸਾਰੇ ਵੱਖ-ਵੱਖ ਗਿਣ ਕੇ ਪੌੜੀਆਂ ਵਿੱਚ, ਫਿਰ ਰਾਜੇ ਵਾਲੀ ਜਦੋਂ ਪੌੜੀ ਤੇ ਆਏ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ ਵਾਲੇ ਪਾਵਨ ਸ਼ਬਦ ਵਿੱਚ ਮਹਾਰਾਜ ਆਏ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾ ਪਾਓ। ਮਾਲਕਾ ਤੇਰੀ ਨਜ਼ਰੇ ਅਨਾਇਤ ਹੋ ਗਈ, ਮੈਂ ਫੌਜਾਂ ਰੱਖ ਲਈਆਂ ਮੇਰੇ ਇੱਕ ਪੈਰ ਤਖਤ ਦੇ ਉੱਪਰ। ਤੇ ਮਹਾਰਾਜ ਕਹਿੰਦੇ, ਮਾਲਕ ਜੀ ਹੇ ਪਰਿਪੂਰਨ ਪਰਮਾਤਮਾ, ਜੇ ਇੰਨੀ ਸ਼ਕਤੀ ਦੇ ਵੀ ਦੇਵੇਂ, ਇੰਨੀ ਵੱਡੀ ਫੌਜ ਹੋਵੇ ਮੇਰੇ ਕੋਲ, ਪਰ ਇੰਨੀ ਕਿਰਪਾ ਕਰੀ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨਾ ਆਵੈ ਨਾ। ਹੇ ਮੇਰੇ ਮਾਲਕ ਜੀ, ਮਤਾਂ ਕਿਤੇ ਮੈਂ ਉਹ ਸਾਰੇ ਕਾਸੇ ਨੂੰ ਵੇਖ ਕਰਕੇ ਤੇਰੇ ਨਾਮ ਨੂੰ ਨਾ ਭੁੱਲ ਜਾਵਾਂ। ਤੇਰੀ ਨਜ਼ਰੇ ਅਨਾਇਤ ਵਾਪਰ ਜਾਏ, ਇੰਨਾ ਕੁਛ ਮੈਨੂੰ ਨਸੀਬ ਵਿੱਚ ਹੋ ਜਾਏ, ਮਿਲ ਵੀ ਜਾਏ, ਪਰ ਮੈਂ ਤੇਰੇ ਨਾਮ ਨੂੰ ਕਦਾ ਚਿਤ ਨਾ ਵਸਾਰਾਂ। ਰਾਜਨ ਰਾਜਾ ਹੋਣਾ ਤਥਾ ਉਸ ਰਾਜੇ ਦੀ ਜਿਸ ਪਦਵੀ ਦੇ ਉੱਪਰ ਹੈ, ਰਾਜੇ ਦਾ ਜਿਹੜਾ ਕੰਮ ਹੈ, ਮਹਾਰਾਜ ਜੀਆਂ ਨੇ ਰਾਜੇ ਦਾ ਜਿਹੜਾ ਨਿਆਂ ਦੱਸਿਆ, ਰਾਜੇ ਚੂਲੀ ਨਿਆਂ ਕੀ। ਰਾਜੇ ਦੀ ਜਿਹੜੀ ਚੂਲੀ ਹੈ, ਜਿਹੜਾ ਰਾਜੇ ਦਾ ਧਰਮ ਹੈ, ਉਹ ਹੈ ਨਿਆਂ ਦਾ ਧਰਮ। ਸਾਰਿਆਂ ਦੇ ਨਾਲ ਉਹਨੇ ਇੱਕ ਨਿਆਂ ਕਰਨਾ। ਜੇ ਉਹਦੇ ਉੱਪਰ ਹੈ ਖਰਾ ਤਾਂ ਠੀਕ ਹੈ, ਵਰਨਾ ਉਹ ਸੰਸਾਰ ਦੇ ਉੱਪਰੋਂ ਹਜ਼ਾਰਾਂ ਜਿਵੇਂ ਗਰਕ ਕੇ ਗਏ, ਉਹ ਵੀ ਉਸੇ ਤਰ੍ਹਾਂ ਗਰਕ ਕੇ ਚਲਾ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪ ਜੀ ਰੋਜ਼ਾਨਾ ਗੁਰਮੁਖ ਪਿਆਰੇ ਨਿਤਨੇਮ ਕਰਨ ਵਾਲੇ, ਗੁਰੂ ਕੇ ਪਿਆਰ ਵਾਲੇ ਬੈਠੇ ਹੋ, ਕਦੇ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਜਿਹੜੇ ਸੁਧਾ ਸਵਈਏ ਹਨ, ਦੋ ਸਵਈਏ ਆਪਾਂ ਪੜ੍ਹਨੇ ਨਾ, ਦੀਨਨ ਕੀ ਪ੍ਰਤਪਾਲ ਕਰੇ, ਸੁਧਾ ਸਵਈਏ ਕਹਿੰਦੇ ਹਨ, ਜਿਹੜੇ ਅੰਮ੍ਰਿਤ ਤਿਆਰ ਕਰਨ ਵੇਲੇ ਪਾਵਨ ਪਵਿੱਤਰ ਸਵਈਏ ਪੜ੍ਹਨੇ ਹਾਂ। ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਇਹ ਪਾਵਨ ਪਵਿੱਤਰ ਸਵਈਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਰੇ ਗਿਣ ਦਿੱਤੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿਖ ਭਵਾਨ ਕੇ ਭੂਪਤ, ਕੌਣ ਗਨੇ ਨਹੀਂ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਮਹਾਰਾਜ ਕਹਿਣ ਲੱਗੇ, ਇੰਨੇ ਇੰਨੇ ਵੱਡੇ ਬਾਦਸ਼ਾਹ ਲੰਘ ਗਏ, ਜਾਣ ਲੱਗਿਆ ਉਹ ਵੀ ਜੁੱਤੀ ਪਾ ਕੇ ਨਹੀਂ ਗਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਣ ਲੱਗਿਆ ਉਹ ਵੀ ਨੰਗੇ ਪੈਰੀ ਗਏ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਭਾਈ ਉਹ ਵੀ ਨੰਗੇ ਪੈਰੀ ਤੁਰੇ ਹਨ, ਜਿਨ੍ਹਾਂ ਕੋਲ ਏਡੇ ਏਡੇ ਵੱਡੇ ਰਾਜ, ਮਾਤੇ ਮਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਇੰਨੇ ਇੰਨੇ ਵਧੀਆ ਨਸਲ ਦੇ ਘੋੜੇ ਉਹਨਾਂ ਦੇ ਕੋਲ ਕਿ ਜਿਹੜੇ ਜਦੋਂ ਤੁਰਦੇ ਹਿਰਨਾਂ ਵਾਂਗੂ ਉਹਨਾਂ ਨੇ ਚਾਲ ਉਹਨਾਂ ਦੀ, ਤੇ ਜਦੋਂ ਉਹਨਾਂ ਨੱਠਣਾ ਭੱਜਣਾ ਉਹਨਾਂ ਨੇ ਇੱਕੋ ਦਮ ਹਵਾ ਦੀ ਸੂਟ ਨਾਲ ਲੰਘ ਜਾਣਾ। ਮਾਤੇ ਮਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਪੜੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਪਏ ਤੋ ਕਹਾਂ ਪਏ ਭੂਪਤ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਇੰਨੇ ਇੰਨੇ ਬਾਦਸ਼ਾਹ ਲੰਘ ਗਏ ਸੱਜਣਾ, ਤੇਰੀ ਉਹਨਾਂ ਸਾਹਮਣੇ ਪਾਇਆ ਕੀ ਹੈ, ਤੂੰ ਹੈ ਕਿੱਥੇ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਨਸੀਹਤਨਾਮੇ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਭਨਾਂ ਨੂੰ, ਭਾਵੇਂ ਕਿ ਉਸ ਵਕਤ ਬਾਦਸ਼ਾਹ ਕਾਰੂ ਨੂੰ ਮਹਾਰਾਜ ਜੀ ਸੰਬੋਧਨ ਹੋ ਕੇ ਕਹਿ ਰਹੇ ਹਨ, ਪਰ ਉਹ ਸਾਡੇ ਸਾਰਿਆਂ ਦੇ ਵਾਸਤੇ ਹਨ।
ਸਤਿਗੁਰੂ ਮਹਾਰਾਜ ਜੀਆਂ ਦੇ ਆਓ ਪਾਵਨ ਪਵਿੱਤਰ ਜੋ ਲੜੀਵਾਰ ਕਥਾ ਵਿਚਾਰ ਹੈ, ਇਸੇ ਪ੍ਰਸੰਗ ਦੇ ਉੱਪਰ ਮਹਾਰਾਜ ਜੀ ਸਮਝਾ ਰਹੇ ਹਨ। ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਨਿਰਮਲ ਉਪਦੇਸ਼ ਨੂੰ ਪੀਵਨਾ ਕਰੀਏ ਜੀ। ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਸੀਹਤ ਨਾਮਾ ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆ। ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਭੇਜਿਆ ਹੈ, ਜਿਸ ਕਾ ਤੂੰ ਬੰਦਾ, ਜਿਸ ਨੇ ਤੈਨੂੰ ਭੇਜਿਆ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਸੰਸਾਰ ਦੇ ਅੰਦਰ ਭੇਜਿਆ, ਉਸ ਪਰਿਪੂਰਨ ਪਰਮਾਤਮਾ ਨੇ ਜੋ ਪਾਵਨ ਪਵਿੱਤਰ ਆਪਾਂ ਬਚਨ ਪੜ੍ਹਨੇ ਨਾ, ਸੁਖਮਨੀ ਸਾਹਿਬ ਦੇ ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਊਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਣ। ਤੇ ਮਹਾਰਾਜ ਅਖੀਰ ਵਾਲੀਆਂ ਪੌੜੀਆਂ ਵਿੱਚ ਕਹਿਣ ਲੱਗੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਬੰਦਾ ਹੈ ਹੀ ਅਕਿਰਤ ਕਣ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਮੇਰੇ ਮਾਲਕ ਜੀ ਇਹਨੂੰ ਤੁਸੀਂ ਬਖਸ਼ ਲਓ। ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਭੇਜਿਆ, ਜਿਸ ਕਾ ਤੂੰ ਬੰਦਾ, ਜਿਨੇ ਭੇਜਿਆ ਉਹਨੇ ਤੈਨੂੰ ਸਵਾਰਿਆ। ਦੁਨੀਆ ਕੇ ਲਾਲਚ ਤੈ ਸਾਹਿਬ ਵਿਸਾਰਿਆ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਹਾਥ। ਇਸ ਸੰਸਾਰ ਦੇ ਪਿੱਛੇ ਲੱਗ ਕਰਕੇ ਆਪਣੀ ਦੀਨ ਵੀ ਭਾਵ ਪਰਿਪੂਰਨ ਪਰਮਾਤਮਾ ਸਾਹਿਬ ਦੇ ਘਰ ਨੂੰ ਵੀ ਵਸਾਰ ਦਿੱਤਾ, ਸਾਹਿਬ ਦੇ ਘਰ ਨੂੰ ਵੀ ਜੀਵ ਨੇ ਨਾ ਸਵਾਰਿਆ। ਦੁਨੀਆ ਕਾ ਦੁੱਖ ਹੈ ਹੋਇਆ ਚਾਲਤ ਕੁੱਲ ਕੀ ਕਾਣ। ਸੰਸਾਰ ਦੇ ਬਸ ਇਹਨਾਂ ਧੰਦਿਆਂ ਦੇ ਅੰਦਰ ਹੀ ਜਿਹੜਾ ਕਾਰਜ ਸੀ ਪਰਿਪੂਰਨ ਪਰਮਾਤਮਾ ਨੂੰ, ਨਿਰੰਕਾਰ ਨੂੰ ਸਿਮਰਨ ਦਾ, ਸਾਧ ਸੰਗਤ ਜੀ, ਉਹ ਵੀ ਜਿਹੜਾ ਸਮਾਂ ਇਹਨੇ ਇਸੇ ਤਰ੍ਹਾਂ ਹੀ ਵਿਹਾ ਦਿੱਤਾ ਹੈ। ਨਾ ਕੀਤੀ ਇਬਾਦਤ ਨਾ ਰਾਖਿਓ ਈਮਾਨ। ਜਿਹੜਾ ਸਮਾਂ ਇਬਾਦਤ ਕਰਨ ਦਾ ਸੀ, ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਹੀ ਪਾਵਨ ਸ਼ਲੋਕ ਹੈ। ਗੁਰਦੇਵ ਜੀਆਂ ਨੇ ਵੱਖ-ਵੱਖ ਸਾਲਾਂ ਵਿੱਚ ਉਮਰ ਵੰਡ ਦਿੱਤੀ। ਚਲੋ ਪਹਿਲਾਂ ਬਚਪਨਾ ਸੀ, ਉਦੋਂ ਨਹੀਂ ਸੀ ਪਤਾ ਨਾਮ ਸਿਮਰਨ ਦਾ, ਬੈਠਣ ਦਾ। ਜਦੋਂ ਥੋੜਾ ਪਤਾ ਲੱਗਾ, ਫਿਰ ਸੰਸਾਰ ਦਿਆਂ ਧੰਦਿਆਂ ਵਿੱਚ ਐਸਾ ਵਿਅਸਤ ਹੋਇਆ, ਜੀਵ ਐਸਾ ਵਿਅਸਤ ਹੋਇਆ, ਕਹਿੰਦੇ ਪਹਿਲਾਂ ਇਹ ਕੰਮ ਕਰ ਲਵਾਂ, ਨਿਤਨੇ ਬਾਅਦ ਵਿੱਚ ਕਰ ਲਵਾਂਗਾ। ਥੋੜਾ ਜਿਹਾ ਆਹ ਕੰਮ ਕਰ ਲਵਾਂ ਮੈਂ, ਸਾਧ ਸੰਗਤ ਜੀਓ, ਕੁਦਰਤੀ ਜਿਹੜਾ ਸਮਾਂ ਸੀ ਨਿਤਨੇਮ ਦਾ, ਅੰਮ੍ਰਿਤ ਵੇਲੇ ਦਾ, ਉਹ ਆਈ ਦੁਪਹਿਰ ਤੇ ਗਿਆ। ਦੁਪਹਿਰ ਤੇ ਆਉਂਦਾ ਆਉਂਦਾ ਇੱਕ ਦਿਨ ਉਹ ਵੀ ਇਹਦਾ ਜਿਹੜਾ ਸਮਾਂ ਸੀ ਉਹ ਵੀ ਵਸਾਰ ਦਿੱਤਾ। ਨਿਤਨੇਮ ਜੇ ਕੀਤਾ ਵੀ ਇਹਨੇ ਕਿਸ਼ਤਾਂ ਵਿੱਚ ਕੀਤਾ। ਕਿਤੇ ਜਪਜੀ ਸਾਹਿਬ ਪੜ੍ਹ ਲਿਆ, ਕਿਤੇ ਸੁਦਾ ਸਵਈਏ ਪੜ੍ਹ ਲਏ, ਕਿਤੇ ਆਨੰਦ ਸਾਹਿਬ ਪੜ੍ਹ ਲਿਆ। ਹੋਇਆ ਤੇ ਹੋ ਗਿਆ, ਨਾ ਹੋਇਆ ਤੇ ਨਾ ਹੋਇਆ। ਮਹਾਰਾਜ ਜੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਚਨ ਹਨ, 10 ਬਾਲਤਮ 20 ਸ਼ਰਵਣੰ, 30 ਕਾ ਸੁੰਦਰ ਕਾ ਹਾਵੈ। ਵੰਡੀ ਮਹਾਰਾਜ ਜੀਆਂ ਨੇ ਉਮਰ ਵੰਡ ਕੇ ਦੱਸੀ, ਕਹਿਣ ਲੱਗੇ ਦੇ ਕੰਮ ਵੇਖ ਲੋ ਬੰਦੇ ਦੇ। 10 ਬਾਲਤਮ, 10 ਦਾ ਸੀ ਬਚਪਨਾ ਸੀ, 20 ਸ਼ਰਵਣੰ, 30 ਕਾ ਸੁੰਦਰ ਕਾ ਹਾਵੈ। ਭਰ ਜਵਾਨੀ ਆਈ, 40 ਪੁਰ ਹੋਏ, 85 ਪੱਖ ਹਿਸੈ, 60 ਕੋ ਬੁਢੇਪਾ ਆਵੈ। 70 ਕਾ ਮਤਹੀਨ, 80 ਕਾ ਵਿਵਹਾਰ ਨਾ ਪਾਵੈ। 90 ਕਾ ਸੇਜਾ ਅਸਨੀ, ਮੂਲ ਨਾ ਜਾਣੈ। ਅਪ ਬਲ ਢੰਡੋਲਮ ਢੂੰਡਮ, ਡਿਠ ਮੈਂ ਨਾਨਕ ਜਗ ਧੂਏ ਕਾ ਤਵਲ ਹਰ। ਬਾਲ ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਣ। ਬਸ ਇਸੇ ਤਰ੍ਹਾਂ ਹੀ ਜਿਹੜੀ ਆਰਬਲਾ ਸੀ, ਇਸੇ ਤਰ੍ਹਾਂ ਜਿਹੜੀ ਇਹਦੀ ਆਰਬਲਾ ਸਾਧ ਸੰਗਤ ਜਿਉ ਬਤੀਤ ਹੋ ਗਈ।
ਨਾ ਇਹਨੇ ਇਬਾਦਤ ਕੀਤੀ, ਨਾ ਹੀ ਸਾਹਿਬ ਦੇ ਘਰ ਤੇ ਕੋਈ ਈਮਾਨ ਇਹਨੇ ਰੱਖਿਆ। ਨਾ ਕੀਤੀ ਹਕੂਮਤ ਪੁਕਾਰੇ ਜਹਾਨ, ਤੇ ਨਾ ਹੀ ਇਹਨੇ ਹਕੂਮਤ ਭਾਵ ਜਿਹੜਾ ਰਾਜਾ ਸੀ, ਜਿਹੜਾ ਇਹਦਾ ਕੰਮ ਸੀ ਨਿਆਂ ਕਰਨਾ, ਰਾਜੇ ਚੂਲੀ ਨਿਆਵ ਕੀ ਹਕੂਮਤ ਦਾ ਕੰਮ ਸੀ ਨਿਆਂ ਕਰਨਾ, ਤੇ ਨਾ ਹੀ ਇਹਨੇ ਦੁਨੀਆ ਦੇ ਨਾਲ ਜਿਹੜਾ ਨਿਆਂ ਇਨਸਾਫ ਵੀ ਨਾ ਇਹਨੇ ਕੀਤਾ। ਅੰਦਰ ਮਹਿਲਾਂ ਕੇ ਬੈਠੋ ਤੂੰ ਜਾਏ, ਤੇ ਬਸ ਹਰ ਵੇਲੇ ਹੀ ਤੂੰ ਆਪਣੇ ਮਹਿਲਾਂ ਅੰਦਰ, ਤੇਰਾ ਕੰਮ ਸੀ ਪ੍ਰਜਾ ਦੀ ਸੇਵਾ ਦੇ ਵਿੱਚ ਆਉਣਾ, ਪ੍ਰਜਾ ਦੀ ਸੇਵਾ ਵਿੱਚ ਨਹੀਂ ਤੂੰ ਆਇਆ, ਹਮੇਸ਼ਾ ਤੂੰ ਆਪਣੇ ਅੰਦਰ ਮਹਿਲਾਂ ਦੇ ਅੰਦਰ ਬੈਠ ਕਰਕੇ ਹੀ ਸੁਖ ਐਸ਼ੋ ਆਰਾਮ ਭੋਗਦਾ ਰਿਹਾ। ਹਰ ਮਾਸਿਓਂ ਖੇਲੇ ਖੁਸ਼ਬੋਈ ਹਵਾਈ, ਹਰਮਾਂ ਦੇ ਅੰਦਰ ਹੀ ਕਹਿੰਦੇ ਬਸ ਉਹਨਾਂ ਦੀਆਂ ਖੁਸ਼ਬੂਆਂ ਦੇ ਅੰਦਰ ਰਾਜਨ ਤੂੰ ਗਲਤਾਨ ਰਿਹਾ ਹੈ। ਕਾਰਜ ਤੇਰਾ ਕੀ ਕਰਨ ਦੇ ਯੋਗ ਸੀ, ਪ੍ਰਜਾ ਦੀ ਸੇਵਾ ਵਿੱਚ ਜੁੜਨ ਦਾ ਤੇਰਾ ਕੰਮ ਸੀ, ਪਰ ਤੂੰ ਉਹ ਨਹੀਂ ਕੀਤਾ। ਨਾ ਪੁੱਛੇ ਨਾ ਬੂਝੇ ਜੋ ਬਾਹਰ ਕਿਆ ਹੋਏ, ਨਾ ਤੂੰ ਆਪਣੇ ਖਲਕਤ ਦੀ ਸੇਵਾ ਦੇ ਅੰਦਰ, ਰਾਜ ਦੇ ਅੰਦਰ ਕੀ ਵਾਪਰਿਆ ਹੈ, ਰਾਜ ਦੇ ਅੰਦਰ ਕੀ ਹੋਣਾ ਚਾਹੀਦਾ ਹੈ ਕੀ ਨਹੀਂ, ਇਹ ਤੇਰਾ ਤੂੰ ਆਪਣੇ ਜੀਵਨ ਵਿੱਚ ਕਦੇ ਤੂੰ ਸੋਚਿਆ ਹੀ ਨਹੀਂ। ਕਿਸ ਪ੍ਰਕਾਰ ਦੇ ਨਾਲ ਦੁਨੀਆ ਦੀ ਸੇਵਾ ਦੇ ਅੰਦਰ ਜੁੜਨਾ ਹੈ, ਆਪਣੇ ਰਾਜ ਭਾਗ ਭੋਗਦਿਆਂ ਪ੍ਰਜਾ ਦੀ ਸੇਵਾ ਵਿੱਚ ਕਿਸ ਤਰ੍ਹਾਂ ਜੁੜਨਾ ਸੀ, ਤੂੰ ਇਸ ਪਾਸੇ ਨਹੀਂ ਤੂੰ ਧਿਆਨ ਰੱਖਿਆ। ਚਲੋ ਤੂੰ ਆਪਣੇ ਖੁਦਾ ਦਾ ਈਮਾਨ, ਖੁਦਾ ਦੀ ਸੇਵਾ ਵਿੱਚ ਤੂੰ ਜੁੜਨਾ ਵੱਖਰੀ ਗੱਲ, ਤੂੰ ਤਾਂ ਜਿਹੜਾ ਤੇਰਾ ਧਰਮ ਸੀ ਪ੍ਰਜਾ ਦੀ ਸੇਵਾ ਕਰਨਾ ਉਹ ਵੀ ਨਹੀਂ ਕੀਤੀ। ਹਰਾਮੀ ਗਰੀਬਾਂ ਨੂੰ ਮਾਰੇ ਵੀ ਗੋਏ, ਬਸ ਤੂੰ ਇਥੋਂ ਤੱਕ ਵੀ ਤੂੰ ਗਰੀਬਾਂ ਦੇ ਉੱਪਰ ਵੀ ਤੂੰ ਜ਼ੁਲਮੋ ਸਿਤਮ ਕਰਨ ਤੋਂ ਤੂੰ ਨਾ ਟਲਿਆ। ਪੈਸੇ ਇਥੋਂ ਤੱਕ ਇਕੱਠੇ ਕਰਨ ਦਾ ਇੰਨਾ ਤੈਨੂੰ ਜ਼ੋਰ ਪਿਆ ਕਿ ਤੂੰ ਕਬਰਾਂ ਤੱਕ ਤੂੰ ਪਟਾ ਘੱਤੀਆਂ, ਕਬਰਾਂ ਨੂੰ ਵੀ ਤੂੰ ਪਟਾ ਲਿਆ ਵੀ ਕਿਸੇ ਦੇ ਕੋਲ ਕੋਈ ਦਮੜਾ ਬਾਕੀ ਨਾ, ਕਿਸੇ ਦੇ ਕੋਲ ਕੋਈ ਟਕਾ ਬਾਕੀ ਨਾ ਰਹਿ ਜਾਏ, ਇਥੋਂ ਤੱਕ ਤੂੰ ਕੀਤਾ, ਕਬਰਾਂ ਤੱਕ ਤੂੰ ਪਟਾਈਆਂ। ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਤੂੰ ਇਥੋਂ ਤੱਕ ਵੀ ਭਾਵ ਉਹਨਾਂ ਦੇ ਉੱਪਰ ਜ਼ੁਲਮੋ ਸਿਤਮ ਕੀਤੇ, ਤੂੰ ਕਿਸੇ ਪਾਸਿਓਂ ਘਟ ਨਾ ਗੁਜ਼ਾਰੀ। ਬਸਤੀ ਉਜਾੜੇ ਫਿਰ ਨਾ ਬਸਾਵੇਂ, ਔਰ ਰਾਜੇ ਦਾ ਕੰਮ ਸੀ ਪ੍ਰਜਾ ਨੂੰ ਸੁਖ ਦੇਣੇ, ਲੋਕਾਂ ਨੂੰ ਵਸਾਉਣਾ, ਤੂੰ ਤੇ ਲੋਕਾਂ ਨੂੰ ਫੜ ਕੇ ਉਜਾੜ ਦਿੱਤਾ ਹੈ। ਉਹਨਾਂ ਨੂੰ ਤੂੰ ਵਸੇਬਾ ਨਹੀਂ ਦਿੱਤਾ, ਉਹਨਾਂ ਨੂੰ ਤਾਂ ਉਜਾੜ ਦਿੱਤਾ ਸੀ। ਕੂਕੇ ਪੁਕਾਰੇ ਦਾਦ ਨਾ ਪਾਵੇਂ, ਔਰ ਲੋਕ ਭਾਵ ਹਮੇਸ਼ਾ ਹੀ ਤੇਰੇ ਇਹਨਾਂ ਜ਼ੁਲਮੋਂ ਸਿਤਮਾਂ ਦੇ ਕਾਰਨ ਲੋਕ ਭਾਵ ਹਮੇਸ਼ਾ ਹੀ ਕੂਕਦੇ, ਲੋਕ ਤੇਰੇ ਭਾਵ ਤੇਰੇ ਇਹਨਾਂ ਜ਼ੁਲਮੋਂ ਸਿਤਮਾਂ ਨੂੰ ਨਾ ਸਹਿਣ ਕਰਦੇ ਹੋਏ ਹਰ ਵੇਲੇ ਹੀ ਪਿੱਟ ਸਿਆਪੇ ਵਿੱਚ ਰਹਿੰਦੇ। ਲਖੋੜੀ ਕਰੋੜੀ ਕੀਏ ਬੇਸ਼ੁਮਾਰ, ਉਸ ਪਰਿਪੂਰਨ ਪਰਮਾਤਮਾ ਦੇ ਘਰ ਦੇ ਅੰਦਰ ਕਹਿੰਦੇ ਅਨੇਕਾਂ ਐਸੇ ਹਨ, ਧਨ ਦੌਲਤ ਲੱਖਪਤੀ ਕਰੋੜਪਤੀ। ਨਾ रहेंगे ਕਰੋੜੀ ਨਾ रहेंगे ਹਜ਼ਾਰ, ਔਰ ਪਰ ਇਸ ਸੰਸਾਰ ਦੇ ਉੱਪਰ ਨਾ ਹੀ ਉਹ ਲੱਖਪਤੀ ਬਾਕੀ ਰਹਿਣਗੇ, ਨਾ ਹੀ ਕਰੋੜਪਤੀ ਬਾਕੀ ਰਹਿਣਗੇ। ਭਾਵ ਜੇ ਉਹ ਵੀ ਨਹੀਂ, ਜੇ ਲੱਖਪਤੀ ਵੀ ਨਹੀਂ, ਕਰੋੜਪਤੀ ਵੀ, ਭਾਵ ਸਾਰੇ ਹੀ ਸੰਸਾਰ ਤੋਂ ਕੂਚ ਕਰਨਗੇ। ਹਾਕਮ ਕਹਾਵੇ ਹਕੂਮਤ ਨਾ ਹੋਏ, ਕਹਿੰਦੇ ਹਾਕਮ ਤਾਂ ਤੂੰ ਕਹਾਇਆ ਹੈ ਪਰ ਹਕੂਮਤ ਨਾ ਹੋਏ। ਹਕੂਮਤ ਨਾ ਹੋਏ ਭਾਵ ਜਿਹੜਾ ਕੰਮ ਸੀ ਪ੍ਰਜਾ ਨੂੰ ਨਿਆਂ ਦੇਣ ਦਾ, ਹਕੂਮਤ ਦਾ, ਉਹ ਤੂੰ ਨਹੀਂ ਕੀਤਾ। ਰਾਜੇ ਦਾ ਜਿਹੜਾ ਕਾਰਜ ਸੀ ਪ੍ਰਜਾ ਦੀ ਸੇਵਾ ਵਿੱਚ ਜੁੜਨ ਦਾ, ਹਕੂਮਤ ਕਰਨ ਦਾ, ਨਿਆਂ ਕਰਨ ਦਾ, ਉਹ ਤੂੰ ਨਹੀਂ ਕੀਤਾ। ਦੁਨੀਆ ਕਾ ਦੀਵਾਨਾ ਫਿਰੇ ਮਸਤ ਲੋਏ, ਔਰ ਦੁਨੀਆ ਦੇ ਭਾਵ ਬਾਵਰਿਆਂ ਵਾਂਗ دیਵਾਨਾ ਹੋ ਕਰਕੇ ਦੁਨੀਆ ਦੇ ਹੀ ਰਸਾਂ ਕਸਾਂ ਦੇ ਅੰਦਰ ਤੂੰ ਇੱਥੇ ਹੀ ਮਸਤ ਹੋ ਕੇ ਫਿਰਿਆ ਰਿਹਾ। ਲੂਟੇ ਮੁਲਕ ਬਹੁਤ ਪਹਿਰੇ ਅਰ ਖਾਏ, ਔਰ ਕੋਈ ਮੁਲਕ ਤੂੰ ਭਾਵ ਆਪਣੇ ਮੁਲਕ ਨੂੰ ਵੀ ਤੂੰ ਛੱਡਿਆ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਲੇ ਜਿਹੜੀਆਂ ਭਾਵ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਆਪਾਂ ਪੜ੍ਹ ਲਈਏ, ਜਿਹੜੀ ਉਸ ਵਕਤ ਰਾਜਿਆਂ ਦੀ ਦਸ਼ਾ ਸੀ, ਤੇ ਖਿਮਾ ਕਰਨਾ ਸਾਧ ਸੰਗਤ ਜੀ ਕੇਵਲ ਉਸ ਵਕਤ ਹੀ ਦਸ਼ਾ ਨਹੀਂ ਸੀ, ਉਹ ਦਸ਼ਾ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਰਾਜੇ ਦਾ ਜਿਹੜਾ ਕੰਮ ਹੈ ਭਾਵ ਜਿਹੜਾ ਹਾਕਮ ਦਾ ਕੰਮ ਪ੍ਰਜਾ ਨੂੰ ਸੁਖ ਦੇਣ ਦਾ,
ਪਰ ਜਿਹੜੀ ਕੀਤੀ ਹੋਈ ਜੇ ਵਾੜ ਉਲਟਾ ਹੀ ਖੇਤ ਨੂੰ ਖਾਣ ਲੱਗ ਜਾਏ, ਦੱਸੋ ਭਾਈ ਵਾੜ ਦਾ ਕੀ ਕੰਮ ਹੈ? ਰਾਜੇ ਦਾ ਕੰਮ ਹੈ ਪ੍ਰਜਾ ਤੱਕ ਭਾਵ ਹਰ ਪ੍ਰਕਾਰ ਦੀ ਸੁੱਖ ਸੁਵਿਧਾ ਉਹਨਾਂ ਤੱਕ ਪਹੁੰਚਾਉਣੀ। ਪਰ ਜੇ ਅਜੇ ਰਾਜੇ ਦਾ ਹੀ ਢਿੱਡ ਨਹੀਂ ਭਰਿਆ, ਪ੍ਰਜਾ ਤੱਕ ਭਾਵ ਉਹ ਸੁੱਖ ਸੁਵਿਧਾ ਕਿੱਥੋਂ ਤੱਕ ਪਹੁੰਚ ਸਕਦੀ ਹੈ? ਜਿਹੜੀ ਵਾੜ ਖੇਤ ਨੂੰ ਕੀਤੀ ਹੋਈ, ਖੇਤ ਦੀ ਰਾਖੀ ਦੇ ਵਾਸਤੇ, ਜੇ ਖੇਤ ਨੂੰ ਵਾੜ ਹੀ ਖਾਣ ਲੱਗ ਜਾਏ ਭਾਈ, ਦੱਸੋ ਹੁਣ ਉਸ ਵਾੜ ਦਾ ਕੀ ਬਾਕੀ ਕੋਈ ਕੰਮ ਰਹਿ ਜਾਏਗਾ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ, ਵਾਰਾਂ ਅੰਦਰ, ਮਾਝ ਕੀ ਵਾਰ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜ਼ਿਕਰ ਕੀਤਾ। ਤਥਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਇਹਨਾਂ ਦਾ ਜ਼ਿਕਰ ਕੀਤਾ। ਹਕੂਮਤ ਭਾਵ ਦੁਨੀਆ ਤੇ ਕੰਮ ਸੀ, ਨਿਆਂ ਕਰਨ ਦਾ ਨਿਆਂ ਨਹੀਂ ਕੀਤਾ। ਦੋਜ਼ਕ ਕੀ ਆਤਸ਼ ਮਾਰੇਗੀ ਜਲਾਏ। ਹੇ ਰਾਜਨ ਤੂੰ ਚੇਤੇ ਰੱਖ, ਦੋਜ਼ਕ ਦੀ ਅੱਗ ਤੈਨੂੰ ਸਾੜ ਕੇ ਸੁਆਹ ਕਰ ਦਵੇਗੀ। ਉਸ ਪਰਿਪੂਰਨ ਸਾਹਿਬ ਦੇ ਘਰ, ਜਿਵੇਂ ਬਾਬਾ ਕਬੀਰ ਸਾਹਿਬ ਜੀ ਬਚਨ ਲਿਖਦੇ ਹਨ, ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੈ ਧਰਮ ਰਾਏ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਹ ਪਾਵਨ ਪਵਿੱਤਰ ਬੋਲ ਕਿ ਹੇ ਰਾਜਨ, ਦੁਨੀਆ ਦੋਜ਼ਕ ਦੀ ਅੱਗ ਤੈਨੂੰ ਸਾੜ ਕੇ ਰਾਖ ਕਰ ਦਵੇਗੀ। ਗਰਭ ਸਿਉਨਾ ਦੇਖ ਦੁਨੀਆ ਕੇ ਦੀਵਾਨੇ। ਇਹ ਮਣਾ ਤੂੰ ਕਾਹਦੇ ਅਹੰਕਾਰ ਦੇ ਅੰਦਰ ਪਿਆ ਹੈ? ਗਰਭ ਦੀਆਂ ਅੱਖਾਂ ਦੇ ਨਾਲ, ਗਰਭ ਸਿਉਨਾ ਦੇਖ ਦੁਨੀਆ ਕੇ ਦੀਵਾਨੇ, ਗਰਭ ਦੇ ਨਾਲ, ਅਹੰਕਾਰ ਦੇ ਨਾਲ ਤੂੰ ਭਾਵ ਹੇ ਦੀਵਾਨੇ, ਹੇ ਬਾਵਰੇ, ਇਸ ਸੰਸਾਰ ਨੂੰ ਅਹੰਕਾਰ ਨਾਲ ਨਾ ਵੇਖ। ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸ਼ਲੋਕ ਸਾਧ ਸੰਗਤ ਜੀ ਜਦੋਂ ਆਪਾਂ ਦਰਸ਼ਨ ਕਰਨੇ ਹਾਂ, ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੈ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਬਾਬਾ ਕਬੀਰ ਸਾਹਿਬ ਕਹਿੰਦੇ, ਉਹ ਮਣਾ ਤੂੰ ਕਾਹਦਾ ਅਹੰਕਾਰ ਕਰਨਾ ਹੈ? ਚਾਰ ਪੈਸਿਆਂ ਦਾ, ਅਜੇ ਤਾਂ ਤੇਰੇ ਜੀਵਨ ਦੀ ਵੀ ਜਿਹੜੀ ਕਿਸ਼ਤੀ ਹੈ ਉਹ ਵੀ ਸਮੁੰਦਰ ਵਿੱਚ ਹੈ। ਕੀ ਪਤਾ ਕਿਹੜੀ ਛਲ ਆਈ ਹੋਈ ਛਲ ਤੇਰੇ ਜੀਵਨ ਦੀ ਕਿਸ਼ਤੀ ਨੂੰ ਮੁੱਦਾ ਮਾਰ ਕੇ ਲੰਘ ਜਾਏ। ਕਬੀਰ ਗਰਭ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਅਜੈ ਸੋ ਨਾਉ ਸਮੁੰਦਰ ਮੈਂ, ਕਿਆ ਜਾਨੋ ਕਿਆ ਹੋਏ। ਕਬੀਰ ਗਰਭ ਨਾ ਕੀਜੀਐ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ ਜਿਉ ਕਾਂਚੁਰੀ ਭਯੰਗ। ਕਬੀਰ ਗਰਭ ਨਾ ਕੀਜੀਐ, ਉੱਚਾ ਦੇਖ ਆਵਾਸ। ਹਾਂ ਕਿਤੇ ਤੂੰ ਆਪਣੀਆਂ ਡਬਲ ਸਟੋਰੀ, ਟ੍ਰਿਪਲ ਸਟੋਰੀ ਵੇਖ ਕੇ ਤੂੰ ਕਹਿੰਦਾ ਹੋਵੇਂ, ਵਾਹ ਮੇਰੇ ਘਰ ਵਰਗਾ ਕੋਈ ਘਰ ਹੈ ਕਿਸੇ ਹੋਰ ਦਾ? ਜਿਹੜੀ ਮੈਂ ਇਟਾਲੀਅਨ ਮਾਰਬਲ ਜਿਹੜੇ ਮੈਂ ਲਾਏ ਨੇ, ਇਹਨਾਂ ਨਾਲ ਦਾ ਹੈ ਕਦੇ ਕਿਸੇ ਦੇ ਕੋਲ? ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਕਬੀਰ ਗਰਭ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਕਹਿੰਦੇ ਕੀ ਪਤਾ ਅੱਜ ਤੇ ਜਾਂ ਕੀ ਪਤਾ ਕੱਲ ਨੂੰ, ਕਦੋਂ ਸਾਹਿਬ ਦੇ ਘਰੋਂ ਸੱਦਾ ਆ ਜਾਏ, ਆਏ ਹੋਏ ਸੱਦੇ ਨਾਲ ਤੁਰਾਂਗੇ ਤੇ ਜਿਹੜੀ ਥਾਂ ਤੇ ਕਬਰ ਵਿੱਚ ਜਾ ਕੇ ਦਫਨਾਉਣਗੇ ਜਾਂ ਸਾੜ ਕੇ ਆਉਣਗੇ, ਉੱਥੇ ਘਾਹ ਵੀ ਉਗਾਏਗਾ। ਬਾਬਾ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਕਬੀਰ ਗਰਭ ਨਾ ਕੀਜੀਐ, ਉੱਚਾ ਦੇਖ ਆਵਾਸ। ਕਾਹਦਾ ਅਹੰਕਾਰ ਕਰਨਾ ਹੈ ਸੰਸਾਰ ਤੇ? ਕੁਝ ਦਿਨਾਂ ਦੇ ਸੰਸਾਰ ਦੇ ਉੱਪਰ ਪ੍ਰਾਹੁਣਿਆਂ ਦੇ ਵੱਤ ਆਏ ਹਾਂ, ਮੁਸਾਫਰਾਂ ਦੇ ਵੱਤ ਆਏ ਹਾਂ, ਤੇ ਮੁਸਾਫਰ ਕਦੇ ਬਾਜ਼ਾਰ ਵਿੱਚ ਜਾ ਕੇ ਦਾਅਵਾ ਨਹੀਂ ਕਰਦੇ ਵੀ ਇਹ ਜਗ੍ਹਾ ਮੇਰੀ ਹੈ। ਜੇ ਕੋਈ ਵਪਾਰੀ, ਮਹਾਰਾਜ ਜੀਆਂ ਦੇ ਬਚਨ ਹਨ ਨਾ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ, ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਆਏ ਹਾਂ ਸੰਸਾਰ ਦੇ ਅੰਦਰ ਵਪਾਰੀਆਂ ਦੇ ਵਾਂਗ। ਮਹਾਰਾਜ ਕਹਿੰਦੇ ਵਪਾਰੀ ਫਿਰ ਜਿਹੜੇ ਆਉਂਦੇ ਹਨ ਪੱਕੇ ਤੌਰ ਤੇ ਬਾਜ਼ਾਰ ਵਿੱਚ ਨਹੀਂ ਰਹਿੰਦੇ, ਆਉਂਦੇ ਹਨ ਸੌਦਾ ਕਰਕੇ ਚਲੇ ਜਾਂਦੇ ਹਨ। ਤੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰੇ ਬੋਲ ਕਿ ਹੋ ਬੰਦਿਆ, ਤੂੰ ਕਾਹਦੇ ਅਹੰਕਾਰ ਦੇ ਅੰਦਰ, ਕਾਹਦੇ ਗਰਭ ਦੇ ਅੰਦਰ ਤੂੰ ਪਿਆ ਹੈ ਦੁਨੀਆ ਦੇ دیਵਾਨੇ? ਤੂੰ ਆਪਣੀਆਂ ਅੱਖਾਂ ਦਿਓ, ਇਹ ਤੂੰ ਆਪਣਾ ਭਰਮ ਦਾ ਜਿਹੜਾ ਪਰਦਾ ਹੈ ਇਹਨੂੰ ਦੂਰ ਕਰ।
ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣੇ। ਇਹ ਜਿੰਦ ਹਮੇਸ਼ਾ ਸੰਸਾਰ ਦੇ ਉੱਪਰ ਨਹੀਂ ਰਹੇਗੀ, ਪਰ ਤੂੰ ਇਸ ਗੱਲ ਨੂੰ ਆਪਣੇ ਹਿਰਦੇ ਤੋਂ ਵਿਸਾਰਿਆ ਹੋਇਆ ਹੈ। ਮੌਤ ਤੂੰ ਆਪਣੇ ਜੀਵਨ ਦੇ ਵਿੱਚੋਂ ਭੁੱਲਿਆ ਹੋਇਆ ਹੈ। ਉਠਾਵੇ ਸਫਾ ਉਸਕੋ ਲਾਗੇ ਨਾ ਬਾਰ। ਮਹਾਰਾਜ ਜੀ ਲੱਗੇ ਕਹਿਣ ਉਠਾਵੇ ਸਫਾ ਉਸਕੋ ਲਾਗੇ ਨਾ ਬਾਰ। ਕਹਿੰਦੇ ਉਹਨੂੰ ਕੋਈ ਪਲਟਾਉਣ ਦੇ ਲੱਗਿਆਂ ਦੇਰ ਲੱਗਣੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਕੀ ਗਤ ਨੈ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਗ ਸਿਆਨੇ। ਹਰ ਕੀ ਗਤ ਨੈ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਗ ਸਿਆਨੇ। ਖਿੰਡ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਯੈਤਾ ਕੋ ਵਿਵਹਾਰੇ। ਕਹਿੰਦੇ ਉਹਨੂੰ ਕੋਈ ਟਾਈਮ ਲੱਗਦਾ ਹੈ ਰੰਕ ਨੂੰ ਅਮੀਰ ਕਰਨ ਦਾ, ਅਮੀਰ ਨੂੰ ਕੰਗਾਲ ਕਰਨ ਦਾ ਉਹਨੇ ਕੋਈ ਟਾਈਮ ਲਾਉਣਾ ਹੈ। ਹਰ ਕੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦਾ ਇਹ ਪਾਵਨ ਪਵਿੱਤਰ ਸ਼ਬਦ ਹਰ ਕੀ ਗਤ ਨੈ ਕੋ ਜਾਣੇ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਨੇ। ਖਿਨ ਮੈਂ ਰਾਉ ਰੰਕ ਕੋ ਕਰੀ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੇ ਯੈਤਾ ਕੋ ਵਿਵਹਾਰੇ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਬੋਲ ਹਸਤੋ ਜਾਏ ਸੋ ਰੋਵਤ ਆਵੈ ਰੋਵਤ ਜਾਏ ਸੋ ਹਸੈ। ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ। ਕਹਿੰਦੇ ਉਹਦੀਆਂ ਖੇਡਾਂ ਹਨ, ਉਹਨੂੰ ਕੋਈ ਟਾਈਮ ਵੀ ਨਹੀਂ ਲੱਗਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਵਚਨ ਕਰ ਰਹੇ ਨੇ, ਕਹਿਣ ਲੱਗੇ ਭਾਈ ਹੇ ਬਾਦਸ਼ਾਹ ਕਾਰੂ ਉਹਨੂੰ ਟਾਈਮ ਨਹੀਂ ਲੱਗਦਾ। ਜਿਸ ਸਾਹਿਬ ਦੇ ਰੰਗ ਦੇ ਅੰਦਰ ਹਾਂ, ਜਿਸ ਸਾਹਿਬ ਦੇ ਸਾਏ ਦੇ ਹੇਠ ਆਪਾਂ ਰਹਿ ਰਹੇ ਹਾਂ, ਉਹਨੂੰ ਕੋਈ ਸਮਾਂ ਬਦਲਣ ਲੱਗਿਆ ਉਹਨੇ ਕਿਸੇ ਤੋਂ ਪੁੱਛ ਕੇ ਸਮਾਂ ਨਹੀਂ ਬਦਲਣਾ, ਤੇ ਨਾ ਹੀ ਉਹਨੂੰ ਸਫਾ ਬਦਲਣ ਲੱਗਿਆ ਕੋਈ ਉਸ ਸਾਹਿਬ ਨੇ ਬਹੁਤਾ ਸਮਾਂ ਲਾਉਣਾ ਹੈ। ਜਿੱਦਣ ਉਹਦਾ ਚਿੱਤ ਕੀਤਾ ਉਹਨੇ ਪਲਟਾ ਕੇ ਰੱਖ ਦੇਣਾ ਹੈ। ਨਾ ਉਹਨੂੰ ਇਸ ਕੰਮ ਦੇ ਅੰਦਰ ਕੋਈ ਬਹੁਤੀ ਦੇਰ ਲੱਗਣੀ ਹੈ। ਕਿਸ ਕੀ ਦੁਨੀਆ ਕਿਸ ਕੇ ਕਾਰਬਾਰ। ਮਹਾਰਾਜ ਕਹਿਣ ਲੱਗੇ ਭਾਈ ਕਿਹਦੀ ਦੁਨੀਆ ਤੇ ਕਿਹੜੇ ਤੂੰ ਕਹਿ ਰਿਹਾ ਹੈ ਇਹ ਮੇਰੀ ਥਾਂ ਹੈ। ਬਾਬਾ ਫਰੀਦ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਮਣਾ। ਜਿਹੜੇ ਆਸਨਾਂ ਤੇ ਅੱਜ ਤੂੰ ਬੈਠਾ ਹੈ ਇਹਨਾਂ ਥਾਵਾਂ ਤੇ ਇਹਨਾਂ ਮਹਿਲ ਮਾੜੀਆਂ ਵਿੱਚ ਤੇਰੇ ਨਾਲੋਂ ਪਹਿਲਾਂ ਵੀ ਕਈ ਬੈਠ ਕੇ ਗਏ ਹਨ। ਚੰਦ ਰੋਜ਼ ਚਲਣਾ ਕਿਛ ਪਕੜੋ ਕਰਾਰ। ਚੰਦ ਰੋਜ਼ ਚੱਲਣਾ ਕਿਛ ਪਕੜੋ ਕਰਾਰ। ਚੰਦ ਰੋਜ਼ ਥੋੜੇ ਕੁ ਦਿਨ। ਮਹਾਰਾਜੀਆਂ ਦੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜੀਆਂ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਵੀ ਆਪਾਂ ਪੜ੍ਹ ਸਰਵਣ ਕਰਨੇ ਹਾਂ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਵਥਾਰ। ਚੱਲਣ ਸਾਰ ਨਾ ਜਾਣੈ ਕਾਜ ਸਵਾਰ ਨਾ ਹਾਰ। ਕਹਿੰਦੇ ਜਿਨ੍ਹਾਂ ਨੇ ਸੰਸਾਰ ਤੋਂ ਭਾਵ ਪਤਾ ਹੈ ਵੀ ਚੱਲਣਾ ਹੈ ਅੱਜ ਨਹੀਂ ਕੱਲ ਨੂੰ, ਕੱਲ ਨਹੀਂ ਪਰਸੋਂ ਨੂੰ, ਬਸ ਇੰਨੀ ਕੁ ਜਿਹੜੀ ਹੈ ਸਾਧ ਸੰਗਤ ਜੀਓ ਇੰਨਾ ਕੁ ਸਮਾਂ ਮਾਲਕ ਦੇ ਘਰੋਂ ਮਿਲਣਾ ਹੈ। ਚੰਦ ਰੋਜ਼ ਥੋੜੇ ਕੁ ਦਿਨ। ਧੰਨ ਗੁਰੂ ਤੇ ਪਾਵਨ ਪਵਿੱਤਰ ਬਾਣੀ ਅੰਦਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲਾਂ ਅੰਦਰ ਸਤਿਕਾਰਯੋਗ ਭਗਤ ਨਾਮਦੇਵ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬੋਲ ਮਾਰ ਕੰਡੇ ਤੇ ਕੋ ਅਧਿਕਾਈ ਜਿਨ ਗਹਿਰੀ ਕਰਕੇ ਨੀਮ ਖੁਦਾਈ ਉਪਰ ਮੰਡਪ ਛਾਏ। ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰੇਣ ਧਰ ਮੂੰਡ ਬੁਲਾਏ। ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਈ ਰਹਾਓ। ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ 12 जोजन छतर चला था देही गिरजन खाई। सर्व सोइन की लंका होती रावण से अधिकाई। कहाँ पयो दर बांधे हाथी खिन में भई पराई। दुर्भाषा स्यों करत ठगौरी जादव ए फल पाए। कृपा करी जन अपने ऊपर नाम दियो हर गुण गाए। ਸਾਹਿਬ ਜੀਆਂ ਨੇ ਤਾਂ ਉਦਾਹਰਨਾਂ ਵਾਰ-ਵਾਰ ਦੇ ਕਰਕੇ ਨਾ ਸਤਿਗੁਰੂ ਮਹਾਰਾਜ ਜੀ ਉਦਾਹਰਨਾਂ ਦੇ ਰਹੇ ਹਨ। ਤੇ ਇਹ ਉਦਾਹਰਨਾਂ ਗੁਰਮੁਖੋ ਉਹ ਨੇ ਜਿਹੜੀਆਂ ਉਦਾਹਰਨਾਂ ਸੰਸਾਰ ਵਿੱਚ ਉਸ ਵਕਤ ਪ੍ਰਚਲਿਤ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਵਿੱਚ ਜਾਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੇ ਆ, ਜਦੋਂ ਸਤਿਗੁਰੂ ਜੀ ਨੇ ਕੋਈ ਉਦਾਹਰਣ ਦੇਣੀ, ਹੈ ਭਾਈ ਵੇਖ ਅਜਾਮਲ ਵੱਲ ਵੇਖ,
ਹੇ ਭਾਈ ਤੂੰ ਵੇਖ ਗਨਕਾ ਵੱਲ ਵੇਖ, ਜੇ ਉਹ ਨਾਮ ਸਿਮਰਨ ਨਾਲ ਭਵ ਸਾਗਰ ਤੋਂ ਪਾਰ ਹੋ ਗਏ ਤੇ ਮਣਾ ਤੂੰ ਵੀ ਹੋ ਸਕਦਾ ਹੈ। ਸਾਹਿਬ ਜੀਆਂ ਨੇ ਉਦਾਹਰਨਾਂ ਉਸ ਵਕਤ ਦਿੱਤੀਆਂ, ਰਾਮ ਗਇਓ ਰਾਵਣ ਗਇਓ, ਜਾਕੂ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਕਹਿਣ ਲੱਗੇ, ਹੇ ਸੱਜਣਾ ਵੇਖ ਤੂੰ ਉਹਨਾਂ ਦੇ ਵੱਲੇ। ਤੇ ਇੱਥੇ ਸਤਿਗੁਰੂ ਮਹਾਰਾਜ ਲੱਗੇ ਬਖਸ਼ਿਸ਼ ਕਰਨ, ਚੰਦ ਰੋਜ਼ ਚੱਲਣਾ ਕਿਛ ਪਕੜੋ ਕਰਾਰ। ਤੂੰ ਜੋ ਸਾਹਿਬ ਦੇ ਘਰ ਕਰਾਰ ਕਰਕੇ ਤੁਰਿਆ ਹੈ, ਹੇ ਮਣਾ ਤੂੰ ਉਹਨੂੰ ਵੀ ਆਪਣੇ ਜਿਹਨ ਵਿੱਚ ਰੱਖ। ਨਾ ਕੀਚੇ ਹਿਰਸ ਬਹੁਤ ਦੁਨੀਆ ਕੀ ਯਾਰ। ਤੂੰ ਬਹੁਤੀ ਸੰਸਾਰ ਦੇ ਉੱਪਰ ਤੂੰ ਆਪਣਾ ਅਕੀਦਾ ਨਾ ਰੱਖ। ਸੰਸਾਰ ਦੇ ਵੀ ਹਾਂ ਵੀ ਆ ਮੇਰਾ ਫਲਾਣਾ ਸਾਥੀ ਮੇਰੇ ਕੰਮ ਆਏਗਾ, ਆ ਮੇਰਾ ਫਲਾਣਾ ਸਿਓ ਮੇਰਾ ਕੰਮ ਆਏਗਾ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ ਜੋ ਪਿੱਛੇ ਆਪਾਂ ਵਿਚਾਰਿਆ ਸੀ, ਕਈ ਰੋਜ਼ ਕਥਾ ਵਿਚਾਰ ਪੀ ਚੱਲੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਬਦ ਬਖਸ਼ਿਸ਼ ਕੀਤਾ ਸੀ, ਜਨ ਪਿਸਰ ਪਦਰ ਬਿਰਾਦਰਾ ਕਛਨੇਸ਼ ਦਸਤੰਗੀਰ। ਜਨ ਇਸਤਰੀ ਨੂੰ ਪਿਸਰ ਪਦਰ ਬਿਰਾਦਰਾ। ਮਹਾਰਾਜ ਕਹਿਣ ਲੱਗੇ ਕੀ ਪਿਤਾ ਕੀ ਪੁੱਤਰ ਕੀ ਬਰਾਦਰੀ ਵਾਲੇ, ਕਸ ਨੇਸ ਦਸਤੰਗੀਰ, ਇਹਨਾਂ ਵਿੱਚੋਂ ਕੋਈ ਵੀ ਨਹੀਂ ਜਿਹੜਾ ਅਖੀਰ ਵੇਲੇ ਹੱਥ ਫੜ ਕੇ ਕਹਿ ਦਵੇ ਵੀ ਇਹਦੀ ਥਾਂ ਤੇ ਮੈਨੂੰ ਚੁੱਕ ਲਓ। ਮਹਾਰਾਜ ਕਹਿਣ ਲੱਗੇ, ਹੇ ਭਾਈ ਤੂੰ ਬਹੁਤਾ ਦੁਨੀਆ ਦੀ ਹਿਰਸ ਸੰਸਾਰ ਦੀ ਹਿਰਸ ਨਾ ਰੱਖ। ਜਿਸ ਥਾਂ ਤੇ ਪਾਵਨ ਪਵਿੱਤਰ ਸਾਹਿਬ ਜੀ ਦਾ ਨਾਮ ਕੰਮ ਆਉਣਾ ਹੈ, ਜਿਸ ਥਾਂ ਤੇ ਦੁਨੀਆ ਦੇ ਭਾਵ ਕਿਸੇ ਦੀ ਵੀ ਪਹੁੰਚ ਨਹੀਂ, ਉਸ ਥਾਂ ਤੇ ਕੇਵਲ ਤਾਂ ਕੇਵਲ ਪਰਿਪੂਰਨ ਪਰਮਾਤਮਾ ਦੇ ਨਾਮ ਨੇ ਹੀ ਸਹਾਈ ਹੋਣਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ ਸਾਥ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਜਿਸ ਥਾਂ ਤੇ ਹੋਰ ਕੋਈ ਸਹਾਰਾ ਨਹੀਂ, ਤੇ ਜਿਵੇਂ ਬਾਬਾ ਫਰੀਦ ਸਾਹਿਬ ਜੀ ਪਾਵਨ ਬਚਨ ਕਰਦੇ ਹਨ, ਜਾਂ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ, ਅੱਲਾ ਨੂੰ ਤੂੰ ਆਪਣਾ ਬੇਲੀ ਬਣਾ, ਉਸ ਪਰਿਪੂਰਨ ਪਰਮਾਤਮਾ ਨੂੰ ਆਪਣਾ ਤੂੰ ਸਖਾ ਮੀਤ ਬਣਾ। ਸ਼ਰਮਿੰਦਾ ਨਾ ਹੋਏ ਕਛ ਨੇਕੀ ਕਮਾਏ। ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਤੈਨੂੰ ਉਸ ਸਾਹਿਬ ਦੇ ਦਰਬਾਰ ਦੇ ਅੰਦਰ ਮਤ ਸ਼ਰਮਿੰਦਾ ਥੀ ਵਹੀ, ਸਾਈਂ ਕਾ ਦਰਬਾਰ। ਮਤਾ ਕਿਤੇ ਉਸ ਸਾਈਂ ਦੇ ਦਰਬਾਰ ਦੇ ਅੰਦਰ ਜਦੋਂ ਪੇਸ਼ੀ ਦਾ ਸਮਾਂ ਆਏ, ਮਤਾ ਕਿਤੇ ਤੂੰ ਉੱਥੇ ਤੂੰ ਜਾ ਕੇ ਸ਼ਰਮਿੰਦਾ ਹੋਵੇਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਆਸਾ ਕੀ ਵਾਰ ਵਿੱਚੋਂ ਪੌੜੀ ਵਿੱਚੋਂ ਦਰਸ਼ਨ ਕਰਨੇ ਹਾਂ। ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਆਪਾਂ ਕਈ ਵਾਰੀ ਜਦੋਂ ਪਾਵਨ ਕਥਾ ਵਿਚਾਰ ਦੇ ਅੰਦਰ ਸਰਵਣ ਕਰਨੇ ਹਾਂ, ਬਾਜੀ ਖੇਲਦੇ ਸਨ ਚੌਪੜ ਦੀ ਬਾਜੀ, ਤੇ ਵਾਰੀ ਚੱਲਣ ਲੱਗਿਆ ਪਾਸਾ ਚੱਲਣ ਲੱਗਿਆ, ਜਿਸ ਪਾਸੇ ਸੁੱਟਣਾ ਪਾਸਾ ਆਉਣਾ, ਵੀ ਇੰਨੇ ਕਦਮ ਚੱਲਣੇ, ਉਹ ਪਾਸਾ ਚੱਲਣ ਵਾਲੇ ਜਿਹਨੂੰ ਆਪਾਂ ਡਾਈਸ ਵੀ ਕਹਿ ਦਿੰਦੇ ਆ। ਤੇ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਤੂੰ ਪਾਸਾ ਚੱਲ, ਇਸ ਤਰੀਕੇ ਨਾਲ ਤੂੰ ਆਪਣੀ ਵਾਰੀ ਚੱਲ। ਮਹਾਰਾਜ ਕਿਹੜੇ ਪਾਸੇ ਨਾਲ? ਮਹਾਰਾਜ ਕਹਿੰਦੇ ਭਾਈ ਜਿਹਦੇ ਨਾਲ ਤੂੰ ਆਪਣੀ ਵਾਰੀ ਨਾ ਹਾਰ ਜਾਈ। ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਆ, ਉਹ ਪਾਸਾ ਢਾਲ। ਉਹ ਉਸੇ ਤਰੀਕੇ ਨਾਲ ਤੂੰ ਆਪਣੀ ਵਾਰੀ ਚੱਲ। ਜੇ ਤੇਰੀ ਵਾਰੀ ਆਈ ਹੈ, ਦੇ ਲੰਮੀ ਨਜ਼ਰ ਨਿਹਾਲੀਆ, ਤੂੰ ਲੰਮੀ ਨਜ਼ਰ ਦੇ ਨਾਲ ਦੂਰ ਅੰਦੇਸ਼ੀ ਦੇ ਨਾਲ ਹੋ ਕੇ ਤੂੰ ਕਦਮ ਚੁੱਕੀ। ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਉਸ ਸਾਹਿਬ ਦੇ ਘਰ ਦੇ ਅੰਦਰ ਸ਼ਰਮਿੰਦਾ ਨਾ ਹੋਏ, ਕੁਛ ਨੇਕੀ ਕਮਾਏ। ਤੂੰ ਨੇਕੀ ਕਮਾ। ਸਾਹਿਬ ਦੇ ਘਰ ਦੇ ਅੰਦਰ ਕਿਤੇ ਸਾਈਂ ਦੇ ਦਰਬਾਰ ਦੇ ਅੰਦਰ ਮਤ ਸ਼ਰਮਿੰਦਾ ਥੀ ਵਹੀ। ਸਾਈਂ ਦਾ ਦਰਬਾਰ, ਕਿਤੇ ਉਹਦੇ ਦਰਬਾਰ ਦੇ ਅੰਦਰ ਸ਼ਰਮਿੰਦਾ ਨਾ ਹੋਣਾ ਪਵੇ। ਲਾਨਤ ਕਾ ਜ਼ਾਮਾ ਪਹਿਰ ਕੇ ਨਾ ਜਾਏ। ਇਹ ਬਾਦਸ਼ਾਹ ਮਤਾ ਕਿਤੇ ਤੂੰ ਲਾਹਨਤ ਦਾ ਹੀ ਜਾਮਾ ਪਾ ਕੇ ਸਾਹਿਬ ਦੇ ਘਰ ਵੱਲ ਤੁਰੇ, ਤੂੰ ਇਹ ਲਾਹਨਤ ਦਾ ਜਾਮਾ ਪਾ ਕੇ ਨਾ ਜਾਈ।
ਸਾਹਿਬ ਦੇ ਘਰ ਜਦੋਂ ਸਮਾਂ ਆਏਗਾ ਤੁਰਨ ਦਾ, ਮਤਾ ਕਿਤੇ ਤੂੰ ਇਹ ਜਾਮਾ ਪਾ ਕੇ ਜਾਵੇਂ। ਗਫਲਤ ਕਰੋਗੇ ਤੋ ਖਾਵੋਗੇ ਮਾਰ। ਹਾਂ, ਜੇ ਤੁਸੀਂ ਗਫਲਤ ਕਰੋਗੇ, ਜੇ ਤੁਸੀਂ ਇਸ ਪਾਸੇ ਧਿਆਨ ਨਾ ਕਰੋਗੇ ਤਾਂ ਕੁਦਰਤਨ ਹੈ ਕਿ ਹੇ ਭਾਈ ਤੈਨੂੰ ਮਾਰ ਪਵੇਗੀ। ਜੇ ਤੂੰ ਇਸ ਪਾਸੇ ਧਿਆਨ ਨਾ ਕੀਤਾ ਤਾਂ ਤੈਨੂੰ ਕੁਦਰਤੀ ਬਾਤ ਹੈ, ਤੈਨੂੰ ਮਾਰ ਪਵੇਗੀ। ਬੇਟੀ ਵਾ ਬੇਟਾ ਕੋਲੇ ਗੋ ਨਾ ਸਾਰ। ਨਾ ਕਿਸੇ ਨੇ ਬੇਟੀ ਨੇ, ਨਾ ਕੁਛ ਥਾਂ ਤੇ ਬੇਟੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਆਸਾ ਰਾਗ ਦਾ ਸ਼ਬਦ ਹੈ, ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਿਸ ਹੀ ਧੜਾ ਕੀਆ, ਮਹਾਰਾਜ ਕਹਿਣ ਲੱਗੇ ਭਾਈ ਕਿਸੇ ਨੇ ਮਿੱਤਰ ਦੇ ਨਾਲ, ਕਿਸੇ ਨੇ ਪੁੱਤਰ ਦੇ ਨਾਲ, ਕਿਸੇ ਨੇ ਧੜਾ ਬਣਾਇਆ, ਕਿਸੇ ਨੇ ਧੜਾ ਬਣਾ ਲਿਆ ਕੁੜਮਾਚਾਰੀ ਦੇ ਰਿਸ਼ਤੇ ਦੇ ਨਾਲ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਲੱਗੇ ਕਹਿਣ ਕਿ ਹੇ ਭਾਈ ਸਾਡਾ ਧੜਾ ਕਿਹੜਾ ਹੈ, ਸਾਡਾ ਧੜਾ ਬਣਾਇਆ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਪਾਈ। ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਿਸੇ ਨੇ ਕਹਿ ਦਿੱਤਾ ਵੀ ਸਾਡੀ ਜਵਾਈ ਦੀ ਬਹੁਤ ਚੱਲਦੀ ਹੈ, ਉਹਦਾ ਬੜਾ ਅਸਰ ਰਸੂਖ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਲੱਗੇ ਕਹਿਣ ਹਮਾਰਾ ਧੜਾ ਹਰ ਰਹਾ ਸਮਾਈ। ਹਮ ਹਰਸਿਓ ਧੜਾ ਕੀਆ, ਕਹਿੰਦੇ ਸਾਡਾ ਧੜਾ ਤਾਂ ਸਾਹਿਬ ਜੀ ਦਾ ਨਾਮ ਹੀ ਹੈ। ਬੇਟੀ ਵੈ ਬੇਟਾ ਲਿਓਗੇ ਨਾ ਸਾਰ, ਕਹਿੰਦੇ ਨਾ ਉਸ ਥਾਂ ਤੇ ਪੁੱਤਰ ਨੇ ਨਾ ਬੇਟੀ ਨੇ, ਭਾਵ ਕਿਸੇ ਨੇ ਵੀ ਉਸ ਥਾਂ ਸਹਾਈ ਨਹੀਂ ਹੋਣਾ। ਤੋਬਾ ਕਰੋ ਬੋਰ ਕੀਚੇ ਨਾ ਜੋਰ। ਕਹਿੰਦੇ ਅੱਜ ਤੁਸੀਂ ਤੋਬਾ ਕਰੋ, ਹੇ ਬਾਦਸ਼ਾਹ ਅੱਜ ਤੁਸੀਂ ਇਸ ਗੱਲ ਦੀ ਮੁਆਫੀ ਮੰਗੋ, ਤੌਬਾ ਕਰੋ ਕਿ ਦੁਨੀਆ ਦੇ ਉੱਪਰ ਲੋਕਾਂ ਦੇ ਉੱਪਰ ਤੁਸੀਂ ਢਿੰਗੋ ਜੋਰੀ ਨਹੀਂ ਕਰੋਗੇ। ਜੇ ਤੇਰੇ ਕੋਲ ਅੱਜ ਸਾਰਾ ਇਹ ਸਮਾਂ ਹੈ ਬਾਦਸ਼ਾਹ, ਤੇ ਤੂੰ ਅੱਜ ਇਸ ਗੱਲ ਦਾ ਤੌਬਾ ਕਰ ਜੋ ਤੂੰ ਪਿੱਛੇ ਕਰਕੇ ਆਇਆ ਹੈ। ਅੱਗੇ ਤੋਂ ਤੂੰ ਲੋਕਾਂ ਦੇ ਉੱਪਰ ਅਜਿਹੀ ਜ਼ੁਲਮੋ ਸਿਤਮ ਢਿੰਗੋ ਜੋਰੀ ਨਹੀਂ ਕਰੇਗਾ। ਦੋਜਕ ਕੀ ਆਤਸ਼ ਜਲਾਵੇਗੀ ਗੌਰ। ਕਹਿੰਦੇ ਤੇਰੀ ਗੌਰ ਨੂੰ, ਤੇਰੀ ਕਬਰ ਨੂੰ ਦੋਜਕ ਦੀ ਅੱਗ ਤੈਨੂੰ ਸਾੜ ਕੇ ਸੁਆਹ ਕਰ ਦੇਗੀ। ਜੇ ਤੂੰ ਅਜੇ ਵੀ ਆਪਣੇ ਈਮਾਨ ਜਾਂ ਆਪਣੇ ਈਮਾਨ ਵਿੱਚ ਤੂੰ ਨਾ ਆਇਆ ਬਾਦਸ਼ਾਹ, ਦੋਜ਼ਕ ਦੀ ਅੱਗ ਤੈਨੂੰ ਸਾੜ ਕੇ ਰਾਖ ਕਰੇਗੀ। ਮਸਾਇਕ ਪੈਗੰਬਰ ਕੇਤੇ ਸ਼ਾਖਾਨ। ਮਹਾਰਾਜ ਕਹਿਣ ਲੱਗੇ ਹੇ ਵੇਖ ਬਾਦਸ਼ਾਹ, ਕਿੰਨੇ ਕਿੰਨੇ ਵੱਡੇ ਭਾਵ ਸੰਸਾਰ ਦੇ ਉੱਪਰ ਸ਼ੇਖ ਬਾਦਸ਼ਾਹ ਕੋਈ ਅੱਜ ਦਿਸਦਾ ਹੈ। ਵੱਡੇ ਵੱਡੇ ਜਿਹੜੇ ਅੱਜ ਤੋਂ ਪਹਿਲਾਂ ਵੀ ਹੋਏ ਕਿ ਬਾਕੀ ਅੱਜ ਕੀ ਸੰਸਾਰ ਦੇ ਉੱਪਰ ਕੋਈ ਹੈ ਜਿਹੜੇ ਦਿਸੇ ਦੇ ਹੋਣ ਜਾਂ ਦਿਖਾਈ ਦਿੰਦੇ ਹੋਣ। ਨਾ ਦੀਸੇ ਜਮੀ ਪਰ ਤਿਨ ਕੇ ਨਿਸ਼ਾਨ। ਮਹਾਰਾਜ ਕਹਿਣ ਲੱਗੇ ਦੱਸ ਉਹਨਾਂ ਦੇ ਕੋਈ ਨਿਸ਼ਾਨ ਬਾਕੀ ਹਨ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦਾ ਕਹਿੰਦਾ ਹੈ ਵੀ ਮੇਰਾ ਨਾਮਣਾ ਸੰਸਾਰ ਤੇ ਰਹਿ ਜਾਏ, ਮੇਰਾ ਨਾਮ ਬਾਕੀ ਰਹਿ ਜਾਏ। ਕਥਾ ਵਿਚਾਰ ਦੇ ਅੰਦਰ ਹੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਵਿਚਾਰ ਚੱਲ ਰਹੀ ਸੀ, ਇਹਨਾਂ ਸਥਾਨਾਂ ਤੇ ਹੀ ਆਪਾਂ ਸਰਵਣ ਕੀਤਾ। 10ਵੇਂ ਪਾਤਸ਼ਾਹ ਬੈਠੇ ਬੈਠੇ ਇੱਕ ਦਿਨ ਭਰੀ ਸਭਾ ਦੇ ਅੰਦਰ ਲੱਗੇ ਕਹਿਣ ਸੰਗਤ ਨੂੰ, ਸਾਧ ਸੰਗਤ ਜੀਓ ਬਾਬਾ ਕਬੀਰ ਸਾਹਿਬ ਦੇ ਵੇਲੇ ਦੱਸੋ ਬਈ ਕਿਹੜਾ ਬਾਦਸ਼ਾਹ ਸੀ, ਕਿਹਦਾ ਰਾਜ ਭਾਗ ਚੱਲਦਾ ਸੀ, ਕਿਹਦੇ ਨਿਸ਼ਾਨ ਝੂਲਦੇ ਸਨ। ਭਰੀ ਸਭਾ ਦੇ ਅੰਦਰ ਸਾਰੀ ਸੰਗਤ ਜੋ ਆਨੰਦਪੁਰ ਸਾਹਿਬ ਬੈਠੇ ਮਹਾਰਾਜ ਜੀਆਂ ਦੇ ਕੋਲ ਵਿਚਾਰਨ ਲੱਗੇ। ਕਿਸੇ ਨੇ ਕੋਈ ਨਾਮ ਲਿਆ, ਕਿਸੇ ਨੇ ਕੋਈ ਨਾਮ ਲਿਆ ਵੀ ਫਲਾਣਾ ਬਾਦਸ਼ਾਹ ਸੀ ਉਸ ਵਕਤ ਬਾਬਾ ਕਬੀਰ ਸਾਹਿਬ ਦਾ ਸਮਕਾਲੀ ਕੋਈ ਫਲਾਣਾ ਹੋਵੇਗਾ। ਕਿਸੇ ਨੇ ਕੋਈ ਨਾਮ ਲਿਆ ਤੇ 10ਵੇਂ ਪਾਤਸ਼ਾਹ ਮਹਾਰਾਜ ਆਪ ਲੱਗੇ ਕਹਿਣ, ਕਹਿੰਦੇ ਇਸ ਗੱਲ ਤੇ ਜ਼ੋਰ ਨਹੀਂ ਦੇਣਾ ਵੀ ਬਾਦਸ਼ਾਹ ਕਿਹੜਾ ਸੀ। ਮਹਾਰਾਜ ਲੱਗੇ ਕਹਿਣ ਵੇਖਣਾ ਤੇ ਇਹ ਹੈ ਵੀ ਨਾਮ ਕਿੰਨਾ ਦਾ ਰਹਿੰਦਾ ਹੈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕੌਣ ਰਹੇਗਾ ਬਾਕੀ ਸੰਸਾਰ ਤੇ? ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਉਹਨਾਂ ਦਾ ਹੈ ਸੰਸਾਰ ਤੇ। ਸਤਿਗੁਰੂ ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਵੇਖੋ ਬਾਬਾ ਕਬੀਰ ਸਾਹਿਬ ਜੀ ਦਾ ਨਾਮ ਤਾਂ ਹੈ
ਪਰ ਉਹ ਬਾਦਸ਼ਾਹ ਕਿਹੜਾ ਸੀ ਉਹਦੇ ਨਾਮ ਦਾ ਪਤਾ ਨਹੀਂ। ਨਾਮ ਬਾਬਾ ਕਬੀਰ ਸਾਹਿਬ ਦਾ ਹੈ, ਪਰ ਬਾਦਸ਼ਾਹ ਕਿਹੜਾ ਸੀ? ਬਾਦਸ਼ਾਹ ਉਸ ਵਕਤ ਭਾਵੇਂ ਕਿ ਲੋਧੀਆਂ ਦਾ ਰਾਜ, ਤੇ ਮਹਾਰਾਜ ਲੱਗੇ ਕਹਿਣ, ਕਹਿੰਦੇ ਭਾਈ ਨਾਮ ਰਹੇਗਾ ਉਹ ਸਾਹਿਬ ਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਲੱਗੇ ਕਹਿਣ, ਨਾ ਦੀਸੈ ਜ਼ੀਮੀ ਪਰ ਤਿੰਨ ਕੇ ਨਿਸ਼ਾਨ। ਮਹਾਰਾਜ ਕਹਿਣ ਲੱਗੇ ਭਾਈ ਉਹਨਾਂ ਦਾ ਤਾਂ ਕੋਈ ਨਾਮੋ ਨਿਸ਼ਾਨ ਦੁਨੀਆ ਤੇ ਬਾਕੀ ਦਿਖਾਈ ਨਹੀਂ ਦਿੰਦਾ, ਜਿਹੜੇ ਅੱਜ ਤੋਂ ਪਹਿਲਾਂ ਵੀ ਵੱਡੇ ਵੱਡੇ ਬਾਦਸ਼ਾਹ ਹੋਏ। ਚਲਤੇ ਕਬੂਤਰ ਜਿਨਾਵਰ ਕੀ ਛਾਉ, ਜਿਹੜੇ ਉਸ ਵਕਤ ਬੜੀਆਂ ਛਾਵਾਂ ਦੇ ਹੇਠ ਜਿਹੜੇ ਉਸ ਵਕਤ ਤੁਰਦੇ ਸਨ, ਜਿਹੜੀਆਂ ਵੱਡੀਆਂ ਵੱਡੀਆਂ ਛਾਵਾਂ ਦੇ ਹੇਠ ਭਾਵ ਜਿਹੜੇ ਚੱਲਦੇ ਫਿਰਦੇ ਸਨ, ਅੱਜ ਉਹਨਾਂ ਦਾ ਨਾਮ ਨਿਸ਼ਾਨ ਬਾਕੀ ਦਿਖਾਈ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੱਗੇ ਕਹਿਣ ਕਿ ਹੇ ਕਾਰੂ ਬਾਦਸ਼ਾਹ, ਤੂੰ ਇਸ ਗੱਲ ਨੂੰ ਆਪਣੇ ਹਿਰਦੇ ਦੇ ਅੰਦਰ ਚੰਗੀ ਤਰ੍ਹਾਂ ਯਕੀਨ ਦੇ ਨਾਲ ਤੂੰ ਆਪਣੀ ਇਸ ਗੱਲ ਨੂੰ ਸਮਝ ਲੈ ਕਿ ਦੁਨੀਆ ਦੇ ਉੱਪਰ ਬਾਕੀ ਕਿਹਨਾਂ ਦਾ ਨਾਮ ਨਿਸ਼ਾਨ ਰਹੇਗਾ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ, ਅਤੀਮਾ ਗੜ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ, ਜਾਗਤ ਕਤ ਨਾਹੀ ਰਾਮ। ਤੂੰ ਕਿਉਂ ਨਹੀਂ ਆਪਣੀਆਂ ਅੱਖਾਂ ਨਾਲ ਵੇਖਦਾ, ਕਿਉਂ ਨਹੀਂ ਤੂੰ ਉੱਠ ਕੇ ਵੇਖਦਾ? ਕੀਤੇ ਖਾਕ ਹੂਵੇ ਕੋ ਪੁੱਛੇ ਨਾ ਨਾਉ। ਸਾਧ ਸੰਗਤ ਜੀਓ, ਖਾਕ ਕਹਿੰਦੇ ਨੇ ਕਿੰਨੇ ਮਿੱਟੀ ਹੋ ਗਏ, ਕੋ ਪੁੱਛਿਆ ਨਾ ਨਾਉ, ਕਹਿੰਦੇ ਉਹਨਾਂ ਦਾ ਨਾਮ ਵੀ ਭਾਵ ਕੋਈ ਬਾਅਦ ਵਿੱਚ ਨਹੀਂ ਲੈਂਦਾ। ਕੋਈ ਪੁੱਛਿਆ ਨਾ ਨਾਉ ਭਾਵ ਉਹਨਾਂ ਦਾ ਬਾਕੀ ਕੋਈ ਨਾਮ ਨਿਸ਼ਾਨ ਨਹੀਂ ਰਹਿੰਦਾ। 40 ਗੰਜ ਜੋੜੇ ਨਾ ਰੱਖਿਓ ਈਮਾਨ। ਉਸ ਵਕਤ ਜੋ ਮਾਇਆ ਨੂੰ ਸਾਧ ਸੰਗਤ ਜੀਓ ਗਿਣਨ ਦਾ ਤਰੀਕਾ, ਜਿਵੇਂ ਅੱਜ ਕੋਈ ਲੱਖਪਤੀ ਕਰੋੜਪਤੀ ਹੋਵੇ, ਉਸ ਵਕਤ ਇਹਨੂੰ ਗੰਜ ਦੇ ਅੰਦਰ ਭਾਵ ਇਸ ਪ੍ਰਕਾਰ ਗਿਣਿਆ ਗਿਆ। ਕਹਿੰਦੇ 40 ਗੰਜ ਹੈ ਬਾਦਸ਼ਾਹ, ਤੂੰ ਆਪਣੇ ਕੋਲ ਮਾਇਆ ਜੋੜ ਕੇ ਰੱਖੀ ਹੈ 40 ਗੰਜ, ਨਾ ਰੱਖਿਓ ਈਮਾਨ, ਪਰ ਤੂੰ ਈਮਾਨ ਬਾਕੀ ਨਹੀਂ ਰੱਖਿਆ। ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਇਹ ਕਾਰੂ ਬਾਦਸ਼ਾਹ ਵੇਖ ਉਹਨਾਂ ਵੱਲ ਵੀ ਜੋ ਤੇਰੇ ਕਾਰਨਾਂ ਕਰਕੇ ਪਰੇਸ਼ਾਨ ਰਹੇ ਹਨ। ਨਦਾਨੀ ਨਾ ਦੁਨੀਆ ਵਫਾਨੀ ਮੁਕਾਮ। ਇਹ ਸੰਸਾਰ ਦੁਨੀਆ ਭਾਵ ਗਰਕ ਹੋਣ ਵਾਲੀ ਸਦੀਵੀ ਨਹੀਂ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਦੀਵੀ ਥੋੜਾ ਹੈ, ਇਹ ਕਿੰਨੇ ਕੁ ਦਿਨ ਦੀ ਹੈ। ਇਹ ਤਾਂ ਜਿਵੇਂ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਹੀ ਪਾਵਨ ਪਵਿੱਤਰ ਬੋਲ ਹਨ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬਾਂਧੇ ਕਰ ਬਾਰਾ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਨੀਤ ਨੀਤ ਕਰ ਬਾਂਧੀਆ, ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲ ਸੀ, ਜੇ ਜਾਣਾ ਕੋਈ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੌਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ, ਹਰ ਗੁਣ ਗਾਓ ਮਣਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ। ਜੈਸੇ ਰਹਿਣ ਪਰਾਹੁਣੇ, ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੋਲ, ਜੈਸੇ ਰਹਿਣ ਪਰਾਹੁਣੇ ਉੱਠ ਚਲਸੈ ਪ੍ਰਭਾਤ, ਕਿਆ ਤੂੰ ਰੱਤਾ ਗਿਸ਼ਤ ਸਿਉ ਸਭ ਫੁੱਲਾਂ ਕੀ ਬਾਗਾਤ। ਕਹਿੰਦੇ ਇਹ ਤਾਂ ਸੰਸਾਰ ਦੇ ਉੱਪਰ ਜਿਵੇਂ ਰਾਤਰੀ ਸਮੇਂ ਘਰ ਕੋਈ ਰਿਸ਼ਤੇਦਾਰ ਪ੍ਰਾਹੁਣੇ ਆਉਣ ਤੇ ਸਵੇਰ ਹੁੰਦਿਆਂ ਸਾਰ ਪ੍ਰਾਹੁਣੇ ਆਪੋ ਆਪਣੀਆਂ ਥਾਵਾਂ ਨੂੰ ਘਰਾਂ ਨੂੰ ਚਲੇ ਜਾਂਦੇ ਹਨ। ਕੋਈ ਸਰਾਂ ਦੇ ਅੰਦਰ ਯਾਤਰੂ ਆਏ, ਉਹ ਵੀ ਰਾਤ ਉਹਨੇ ਵਿਸ਼ਰਾਮ ਕੀਤਾ, ਸਵੇਰ ਸੂਰਜ ਚੜ੍ਹਨ ਦੇ ਨਾਲ ਹੀ ਉਹਨੇ ਵੀ ਆਪਣਾ ਉਸ ਥਾਂ ਤੋਂ ਜੋ ਵੀ ਉਹਦੇ ਕੋਲ ਸਾਜੋ ਸਮਾਨ ਸੀ ਚੁੱਕਿਆ, ਚੁੱਕ ਕੇ ਉਸ ਥਾਂ ਤੋਂ ਚਲਾ ਗਿਆ। ਹੁਣ ਜਾਂ ਤਾਂ ਕੋਈ ਸਰਾਵਾਂ ਦੇ ਅੰਦਰ ਪੱਕਾ ਥੋੜਾ ਕਿਸੇ ਨੂੰ ਕੋਈ ਰਹਿਣ ਦਿੰਦਾ ਹੈ, ਸਰਾਵਾਂ ਤਾਂ ਰਾਤ ਵਾਸਤੇ ਹੀ ਬਣੀਆਂ ਹਨ। ਤੇ ਮਹਾਰਾਜ ਕਹਿੰਦੇ ਭਾਈ ਦੁਨੀਆ ਵਿੱਚ ਵੀ ਕੋਈ ਪੱਕਾ ਟਿਕਾਣਾ ਨਹੀਂ। ਕੋਈ ਇਸ ਥਾਂ ਤੇ ਇਹ ਨਹੀਂ ਕਹਿ ਸਕਦਾ ਵੀ ਹਾਂ ਇਹ ਮੇਰਾ ਥਾਂ, ਇਹ ਮੇਰੀ ਜਗ੍ਹਾ। ਮਹਾਰਾਜ ਕਹਿਣ ਲੱਗੇ ਭਾਈ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਗੌੜੀ ਰਾਗ ਦੇ ਅੰਦਰ ਸ਼ਬਦ ਹੈ ਮਹਾਰਾਜ ਜੀ ਦਾ, ਕਹਿੰਦੇ ਜਿਉਂਦਿਆਂ ਜਾਗਦਿਆਂ ਬੰਦਾ ਕਹਿੰਦਾ ਹੈ ਹਮਰੀ ਭੂਮ ਕੌਣ ਘਾਲੇ ਪੈਰ, ਹਉ ਬੰਦੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਕਹਿੰਦੇ ਮੇਰੀ ਪੈਲੀ ਵਿੱਚ ਕੋਈ ਪੈਰ ਰੱਖ ਕੇ ਵੇਖੇ ਤਾਂ ਸਹੀ।
ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੌੜੀ ਰਾਗ ਦਾ ਇਹ ਸ਼ਬਦ ਹੋ ਅੰਧੋ ਹੋ ਸਾਧੋ ਬੈਰ ਹਮਰੀ ਭੂਮ ਕੌਣ ਘਾਲੇ ਪੈਰ। ਤੇ ਕਹਿੰਦੇ ਬਸ ਕਿੰਨੇ ਕੁ ਦਿਨ ਦੀ ਖੇਡ ਹੁੰਦੀ ਹੈ ਉਹ। ਮਹਾਰਾਜ ਕਹਿੰਦੇ ਕੋਈ ਲੰਮੀ ਖੇਡ ਨਹੀਂ ਹੁੰਦੀ, ਉਹ ਥੋੜ ਸਮੇਂ ਦੀ ਹੀ ਹੁੰਦੀ ਹੈ। ਹੇ ਭਾਈ ਨਾਦਾਨੀ ਨਾ ਦੁਨੀਆ ਵਾ ਫਾਨੀ ਮੁਕਾਮ, ਇਹ ਸੰਸਾਰ ਤਾਂ ਨਾਸ਼ਮਾਨ ਹੋਣ ਵਾਲਾ ਹੈ। ਤੂੰ ਖੁਦ ਚਸ਼ਮ ਬੀਨੀ ਇਹ ਚੱਲਣਾ ਜਹਾਨ। ਤੂੰ ਖੁਦ ਆਪਣੀਆਂ ਬਾਦਸ਼ਾਹ ਅੱਖਾਂ ਦੇ ਨਾਲ ਵੇਖ, ਤੂੰ ਖੁਦ ਚਸ਼ਮ ਦੀਨੀ, ਤੂੰ ਆਪਣੀਆਂ ਅੱਖਾਂ ਨਾਲ ਵੇਖ। ਇਹ ਚੱਲਣਾ ਜਹਾਨ, ਇਹ ਜਹਾਨ ਚੱਲਣ ਹਾਰਾ ਹੈ। ਇਹ ਜਿਤਨਾ ਵੀ ਭਾਵ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਜਿੰਨਾ ਵੀ ਭਾਵ ਦਿਖਾਈ ਦੇਣ ਵਾਲਾ ਹੈ ਇਹ ਸਾਰਾ ਹੀ ਨਾਸ਼ਮਾਨ ਹੈ, ਇਹ ਸਾਰਾ ਹੀ ਨਾਸ਼ ਹੋਣ ਵਾਲਾ ਹੈ। ਬਾਦਸ਼ਾਹ ਤੂੰ ਆਪਣੀਆਂ ਅੱਖਾਂ ਦੇ ਨਾਲ ਗਿਆਨ ਦੇ ਚਕਸ਼ੂ ਵੇਖ, ਗਿਆਨ ਦੀਆਂ ਅੱਖਾਂ ਦੇ ਨਾਲ ਤੂੰ ਇਹ ਸਾਰੇ ਪਸਾਰੇ ਨੂੰ ਤੂੰ ਵੇਖਣਾ ਕਰ। ਤੋਬਾ ਨਾ ਕੀਤੀ ਕਰੇਂਦਿਆਂ ਗੁਨਾਹ, ਇਹਨੇ ਤੂੰ ਗੁਨਾਹ ਕਰਦਿਆਂ ਕਦੇ ਵੀ ਤੂੰ ਜੀਵਨ ਵਿੱਚ ਭਾਵ ਤੌਬਾ ਨਹੀਂ ਕੀਤੀ। ਤੂੰ ਸਾਹਿਬ ਦੇ ਘਰ ਦੇ ਅੰਦਰ ਕਦੇ ਵੀ ਤੂੰ ਇਸ ਈਮਾਨ ਵਾਲੇ ਪਾਸੇ ਨਹੀਂ ਤੁਰਿਆ। ਕਰੇ ਅਰਜ਼ ਬੰਦਗੀ ਬਾਬਾ ਨਾਨਕ। ਹੇ ਭਾਈ ਤੈਨੂੰ ਬਾਦਸ਼ਾਹ ਕਾਰੂ ਧੰਨ ਗੁਰੂ ਨਾਨਕ ਜੀ ਪਾਤਸ਼ਾਹ ਮਹਾਰਾਜ ਇਸ ਪ੍ਰਕਾਰ ਦੇ ਨਾਲ ਤੈਨੂੰ ਸਮਝਾ ਰਹੇ ਹਨ। ਕੱਲੇ ਕਾਰੂ ਬਾਦਸ਼ਾਹ ਨੂੰ ਨਹੀਂ, ਸਾਧ ਸੰਗਤ ਜੀਓ, ਭਾਵੇਂ ਕੋਈ ਵੀ ਹੋਵੇ, ਮਾਲਕ ਜੀ ਦਾ ਉਪਦੇਸ਼, ਮਾਲਕ ਜੀ ਦਾ ਸਿਧਾਂਤ ਨਿਤ ਨਵਾਂ ਨਰੋਆ ਹੈ। ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸਿਧਾਂਤ, ਮਹਾਰਾਜੀਆਂ ਦੇ ਇਤਿਹਾਸ ਦੇ ਸਿਧਾਂਤ ਨਿਤ ਨਵੇਂ ਹਨ। ਕੋਈ ਵੀ ਉਹਨਾਂ ਤੋਂ ਕਿਸੇ ਸਮੇਂ, ਕਿਸੇ ਸਥਿਤੀ ਅੰਦਰ, ਕਿਸੇ ਦੇਸ਼ ਦੇ ਅੰਦਰ ਵੀ ਉਹਨਾਂ ਸਿਧਾਂਤਾਂ ਤੋਂ ਕੋਈ ਵੀ ਸੇਧ ਲੈ ਸਕਦਾ ਹੈ। ਬਾਦਸ਼ਾਹ ਤੈਨੂੰ ਇਸ ਪ੍ਰਕਾਰ ਸਮਝਾਇਆ। ਐਸੇ ਆਲਮ ਸਿਉ ਤੇਰੀ ਪਨਾਹ। ਉਸ ਪਰਿਪੂਰਨ ਪਰਮਾਤਮਾ ਦੇ ਘਰ ਦੇ ਅੰਦਰ, ਉਸ ਵੱਡੇ ਸਾਹਿਬ ਦੇ ਘਰ ਦੇ ਅੰਦਰ, ਜਿਸ ਘਰ ਦੇ ਅੰਦਰ ਤੂੰ ਪਨਾਹ ਲੈਣੀ ਹੈ, ਉਸ ਵੱਡੇ ਘਰ ਦੇ ਅੰਦਰ ਜਿਸ ਥਾਂ ਤੇ ਤੂੰ ਜਾ ਕੇ ਜਿੱਥੋਂ ਦਾ ਤੂੰ ਬਸ਼ਿੰਦਾ ਬਣਨਾ ਹੈ, ਉਸ ਸਾਹਿਬ ਦੇ ਘਰ ਨੂੰ ਵੀ ਤੂੰ ਸਿਮਰਨਾ ਕਰ, ਉਸ ਸਾਹਿਬ ਦੇ ਘਰ ਨੂੰ ਵੀ ਤੂੰ ਯਾਦ ਰੱਖ। ਦੋਹਰਾ ਕਾਰੂ ਸੁਨ ਹੈਰਾਨ ਹੋਏ, ਭਇਓ ਮੋਮ ਦਿਲ ਸੋਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਇਹ ਬਚਨ, ਸਾਰਾ ਬਚਨ ਸੁਣ ਕਰਕੇ ਮਹਾਰਾਜ ਸ਼ਬਦ ਉਚਾਰਨ ਕਰੀ ਗਏ। ਕਾਰੂ ਬਾਦਸ਼ਾਹ ਪੱਥਰ ਵੱਤ ਹੋ ਕੇ ਉਹਨਾਂ ਪਾਵਨ ਪਵਿੱਤਰ ਉਪਦੇਸ਼ਾਂ ਨੂੰ, ਮਹਾਰਾਜੀਆਂ ਦੇ ਬਚਨਾਂ ਨੂੰ ਸੁਣਦਾ ਰਿਹਾ। ਇੱਕੋ ਦਮ ਉਸ ਥਾਂ ਤੋਂ ਨਾ ਹਿੱਲਿਆ। ਬੜਾ ਹੀ ਇਹਦਾ ਜਿਹੜਾ ਅੰਦਰ ਸੀ ਇੱਕੋ ਦਾ ਮੋਮ ਵਾਂਗ ਨਰਮ, ਇਹਦਾ ਜਿਹੜਾ ਅੰਦਰ ਉਹ ਹੋ ਗਿਆ, ਜਿਹੜਾ ਬੜਾ ਹੀ ਪਹਿਲਾਂ ਕਠੋਰ ਸੀ ਹਿਰਦਾ। ਕਿਉਂਕਿ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਖੁਦ ਖੁਦਾ ਅਵਤਾਰ ਆਪ ਸਨ। ਮਹਾਰਾਜ ਸੇਧ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਕੋਈ ਵੀ ਉਹਨਾਂ ਦੀ ਸੰਗਤ ਦੇ ਅੰਦਰ ਆਇਆ, ਕੋਈ ਵੀ ਉਹਨਾਂ ਦੀ ਛੋਹ ਦੇ ਵਿੱਚ ਆਇਆ, ਸਤਿਗੁਰੂ ਮਹਾਰਾਜੀਆਂ ਤੋਂ ਨਿਰਮਲ ਛੋਹ ਲੈ ਕੇ ਉਹਦਾ ਜੀਵਨ ਤਬਦੀਲ ਹੋ ਗਿਆ। ਕਾਰੂ ਦਾ ਜਿਹੜਾ ਅੰਦਰ ਸੀ ਮੋਮ ਦਿਲ ਹੋਇਆ। ਆਗੇ ਕੋ ਪੈਮਾਨਿਓ ਜਹ ਸਜਾਏ ਅਤ ਹੋਏ। ਔਰ ਭਵਿੱਖਤ ਸਮੇਂ ਵਾਸਤੇ ਉਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਭੈ ਅਦਬ ਰੱਖਦਿਆਂ ਮਹਾਰਾਜ ਜੀਆਂ ਦੇ ਕੋਲ ਇਹ ਬਚਨ ਕੀਤਾ, ਤੌਬਾ ਕੀਤੀ ਆਪਣੇ ਗੁਨਾਹਾਂ ਤੋਂ ਕਿ ਮੈਨੂੰ ਹੋਰ ਵੀ ਭਾਵ ਅਤ ਸਜ਼ਾ ਨਾ ਮਿਲੇ। ਚੋਪਈ ਕਿਆ ਹੋਵੇਗੋ ਤਬ ਮੁਝ ਹਾਲਾ। ਇਹ ਪਾਤਸ਼ਾਹ ਮੇਰਾ ਕੀ ਹਾਲ ਹੋਵੇਗਾ ਹੁਣ ਜਦੋਂ ਇਹਦੀਆਂ ਅੱਖਾਂ ਖੁੱਲੀਆਂ, ਜਦੋਂ ਪਤਾ ਲੱਗਾ ਵੀ ਮਣਾ ਵੀ ਮੇਰਾ ਤਾਂ ਰਸਤਾ ਹੀ ਕੋਈ ਹੋਰ ਰਿਹਾ ਹੈ ਸਾਰੀ ਉਮਰ। ਮਹਾਰਾਜ ਜੀ ਨੂੰ ਲੱਗਾ ਕਹਿਣ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ, ਪਾਤਸ਼ਾਹ ਜੀ ਮੇਰਾ ਹੁਣ ਅੱਗੇ ਕੀ ਹਾਲ ਹੋਵੇਗਾ। ਗੈ ਜਬ ਬਾਂਧेंगे ਜੈ ਕਾਲਾ। ਮੈਨੂੰ ਬੰਨ ਕੇ ਅੱਗੇ ਲਾ ਕੇ ਤੋਰਨਗੇ, ਉਦੋਂ ਮੇਰਾ ਕੀ ਹਾਲ ਹੋਵੇਗਾ। ਸਭ ਪਰ ਜ਼ੁਲਮੀ ਕੀਨ ਬਿਸਾਲਾ। ਇਹ ਮੈਂ ਵੇਖਾਂ ਵੀ ਮੈਂ ਕਿੰਨੇ ਕਿੰਨੇ ਵੱਡੇ ਜ਼ੁਲਮੋ ਸਿਤਮ ਕੀਤੇ ਨੇ, ਇੰਨੇ ਇੰਨੇ ਵੱਡੇ ਜ਼ੁਲਮੋ ਸਿਤਮ ਦੁਨੀਆ ਦੇ ਉੱਪਰ। ਮੈਂ ਤਾਂ ਬੜਾ ਵੱਡਾ ਜ਼ੁਲਮੀ ਰਾਜਾ ਰਿਹਾ ਹਾਂ।
ਭਲਿਆਈ ਤੇ ਰਹਿਓ ਨਿਰਾਲਾ। ਭਲਾਈ ਤਾਂ ਮੇਰੇ ਨੇੜੇ ਤੇੜੇ ਵੀ ਨਹੀਂ ਆਈ, ਕਿਸੇ ਦਾ ਭਲਾ ਕਰਨਾ ਇਹ ਤਾਂ ਮੇਰੇ ਨੇੜੇ ਤੇੜੇ ਵੀ ਕਦੇ ਨਹੀਂ ਸੀ ਆਇਆ। ਮੈਂ ਤਾਂ ਲੋਕਾਂ ਦੇ ਉੱਪਰ ਬੜਾ ਹੀ ਭਾਵ ਜ਼ੁਲਮ ਕੀਤਾ। ਕਾਰੂ ਮਨ ਗੁਣ ਬਹੁਰ ਬਗੋਇਓ। ਕਾਰੂ ਦਾ ਜਿਹੜਾ ਅੰਦਰ ਸੀ ਬੜਾ ਹੀ ਭਿੱਜ ਗਿਆ। ਮੈਂ ਗਾਫਲ ਹੋਇਓ ਨਿਤ ਸੋਇਓ। हे ਬਾਦਸ਼ਾਹ ਸਤਿਗੁਰੂ ਜੀ, ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ, ਮੈਂ ਤਾਂ ਨਿਤ ਪ੍ਰਤ ਗਾਫਲ ਹੋ ਕੇ ਹਮੇਸ਼ਾ ਸੁੱਤਾ ਹੀ ਰਿਹਾ ਹਾਂ। ਨੈ ਜਾਣਤ ਤੋ ਕਹਾਂ ਖੁਦਾਏ। ਮਹਾਰਾਜ ਮੈਨੂੰ ਨਹੀਂ ਸੀ ਪਤਾ ਕਿ ਖੁਦਾ ਨਾਮ ਦੀ ਵੀ ਕੋਈ ਚੀਜ਼ ਹੈ, ਮੈਨੂੰ ਇਸ ਬਾਤ ਦਾ ਨਹੀਂ ਸੀ ਪਤਾ। ਤੁਮ ਮਸਾਲ ਸੁਨ ਭੈ ਮੋਇ ਆਏ। ਮਹਾਰਾਜ ਤੁਹਾਡੇ ਕੋਲੋਂ ਇਹ ਸਾਰਾ ਬਚਨ ਸੁਣ ਕਰਕੇ ਮੇਰੇ ਹਿਰਦੇ ਅੰਦਰ ਹੁਣ ਇਹ ਪਤਾ ਲੱਗਾ ਹੈ। ਮੇਰੇ ਆਪਨੀ ਮੋਹ ਪਰ ਕੀਜੈ। ਗੁਰਦੇਵ ਜੀ ਰਹਿਮਤ ਕਰੋ ਮੇਰੇ ਪਰ, ਆਪਣੀ ਦਇਆ ਦ੍ਰਿਸ਼ਟੀ ਕਰੋ। ਪੰਥ ਖੁਦਾਏ ਬਤਾਵਨ ਕੀਜੈ। ਸਤਿਗੁਰੂ ਮੈਨੂੰ ਰਸਤਾ ਦੱਸ ਦਿਓ। ਪੰਥ ਖੁਦਾਏ, ਖੁਦਾ ਦਾ ਪੰਥ, ਪੰਥ ਰਸਤੇ ਨੂੰ ਕਹਿੰਦੇ ਹਨ। ਮਾਲਕ ਜੀ ਮੈਨੂੰ ਖੁਦਾ ਦਾ ਤੁਸੀਂ ਰਸਤੇ ਦਾ, ਉਹਦਾ ਘਰ ਦਾ ਮੈਨੂੰ ਤੁਸੀਂ ਦੱਸ ਦੇਵੋ। ਤ੍ਰਿਸ਼ਨਾ ਦਰਬ ਨਦੀ ਵੱਡ ਧਾਰਾ। ਇਹ ਵੱਡੀ ਜਿਹੜੀ ਤ੍ਰਿਸ਼ਨਾ ਰੂਪੀ ਨਦੀ ਹੈ, ਇਹਦੀ ਵੱਡੀ ਧਾਰਾ ਵਿੱਚੋਂ ਬਇਓ ਜਾਤੋ ਏ ਪਾਏ ਨਾ ਪਾਰਾ। ਇਹਦੇ ਵਿੱਚੋਂ ਮੇਰੇ ਕੋਲੋਂ ਆਪ ਨਹੀਂ ਤਰਿਆ ਜਾਣਾ, ਇਸ ਤ੍ਰਿਸ਼ਨਾ ਰੂਪੀ ਨਦੀ ਵਿੱਚੋਂ। ਤੁਮ ਕੇਵਟ ਮਮ ਕਰ ਕੈ ਦਾਇਆ। हे ਮਾਲਕ ਜੀ ਤੁਸੀਂ ਆਪ ਮਲਾਹ ਬਣੋ, ਤੁਸੀਂ ਆਪ ਚੱਪੂ ਮਾਰਨ ਵਾਲੇ ਮਲਾਹ ਬਣੋ। ਗਹੋ ਹਾਥ ਦੇ ਪਾਰ ਲੰਘਾਇਆ। ਹੱਥ ਦੇ ਕਰਕੇ ਸਤਿਗੁਰੂ ਜੀ ਤੁਸੀਂ ਮੈਨੂੰ ਇਸ ਤ੍ਰਿਸ਼ਨਾ ਰੂਪੀ ਨਦੀ ਦੇ ਵਿੱਚੋਂ ਪਾਰ ਕਰ ਦੇਵੋ। ਇਹ ਉਸ ਵਕਤ ਬਾਦਸ਼ਾਹ ਨੇ ਬੇਨਤੀ ਕੀਤੀ। ਮੋਹ ਕੁਟੰਬ ਕੂਪ ਅੰਧੇਰਾ। ਇਸ ਵੱਡੇ ਹਨੇਰੇ ਕੁੱਪ ਹਨੇਰੇ ਖੂਹ ਵਿੱਚੋਂ ਪਰਿਓ ਰਿਓ ਕਾਡੋ ਮੈਂ ਚੇਰਾ। ਇਹ ਸਤਿਗੁਰੂ ਜੀ ਤੁਸੀਂ ਰਹਿਮਤ ਕਰੋ, ਮੇਰੀ ਬੇਨਤੀ ਆਪ ਸਰਵਣ ਕਰੋ। ਸਤਿਗੁਰੂ ਇਸ ਕੁੱਪ ਹਨੇਰੇ ਖੂਹ ਦੇ ਵਿੱਚੋਂ ਮਾਲਕ ਜੀ ਕਿਰਪਾ ਕਰਕੇ ਆਪਣਾ ਹੱਥ ਦੇ ਕਰਕੇ ਤੁਸੀਂ ਮੈਨੂੰ ਕੱਢ ਲਵੋ, ਰੱਖ ਲਵੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਬਾਦਸ਼ਾਹ ਨੇ ਸ਼ਬਦ ਸਾਰਾ ਬਚਨ ਸੁਣਨ ਤੋਂ ਬਾਅਦ, ਨਸੀਹਤਨਾਮਾ ਸੁਣਨ ਤੋਂ ਬਾਅਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਬੜਾ ਅਧੀਨ ਹੋ ਕਰਕੇ ਬਾਦਸ਼ਾਹ ਇਸ ਪ੍ਰਕਾਰ ਬੇਨਤੀਆਂ ਕਰ ਰਿਹਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਸਾਧ ਸੰਗਤ ਜੀਓ ਸਮਾਂ ਇੱਥੇ ਹੀ ਸਮਾਪਤ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮਾ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮਾ, ਪੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਗੋਬਿੰਦ ਹੈ ਗੁਣ ਨਿਧਾਨ, ਸਦਾ ਬਬੇ। ਹੇ ਅਪਰੰਪਰ ਹਰ ਹਰੇ, ਪੀਓ ਅਣਹਾਰ। ਹੇ ਸੰਤਾ ਕਾ ਸਦਾ ਸੰਗ, ਧਾਰਾ ਆਦਾ। ਹੇ ਠਾਕੁਰ ਹੋ ਦਾਸਰੂ, ਨਿਰਗੁਣ ਗੁਣ ਨਹੀਂ ਕੋ। ਨਾਨਕ ਦੀਜਾ ਨਾਮ ਦਾਨ, ਰਾਖੋ ਈਐ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਪਾਰ ਜੋ ਸਰਧਾ ਕਰ ਸੀਵੰਦੇ, ਗੁਰ ਪਾਰ ਉਤਾਰ ਨਿਆਲ। ਜੋ ਸਰਧਾ ਕਰ ਸੀਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿ ਵਾਹਿ ਵਾਹਿਗੁਰੂ 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 ਜੀ। दंडौत बंधन अनकुबार सर्व कला समरथ दोलन तेरा को प्रभु रखो प्रभु नानक दे कर हथ। फिरत फिरत प्रभ आया परया तां शरणाए नानक की प्रभ बेनती अपनी भगति लाए। आनंद गुण निधान गुरु ग्रीवंगा कोल को माही लालना कोल को माई लालना कोल को माई लालना गुरमन दीना गुरमन दीना गुरमन दीना गुरमन दीना कोल को माई लालना